करो शुरू। वाहिगुरु जी का खालसा वाहिगुरु जी की फतेह। एक ओंकार सतनाम करता पुरख निर्भव निर्वैर अकाल मूरत अजूनी सैवं गुर प्रसाद वागुरु 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 वागुरु। परम सन्मानयोग ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੁੜ ਬੈਠੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਅਸੀਂ ਆ ਕੇ ਗੁਰੂ ਦਰਬਾਰ ਵਿੱਚ ਗੁਰੂ ਦੀ ਗੱਲ ਸੁਣਨ ਲਈ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਮੰਨਦੇ ਹੋਏ ਰੋਜ਼ ਇਕੱਤਰ ਹੁੰਦੇ ਹਾਂ। ਸਾਹਿਬ ਜੀ ਦੀ ਪਾਵਨ ਬਾਣੀ ਓਂਕਾਰ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਕੱਲ ਅਸੀਂ 36 ਪੌੜੀਆਂ ਦੀ ਵਿਚਾਰ ਸਪੂਰਨ ਕਰ ਚੁੱਕੇ ਹਾਂ। ਕੱਲ ਜੋ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸੇ ਕਿ ਮੂਰਖ ਮਨੁੱਖ ਦਾ ਮਨ ਸਦਾ ਧਨ ਵਿੱਚ ਹੀ ਰਹਿੰਦਾ ਹੈ। ਧਨ ਚਲਾ ਜਾਏ ਤਾਂ ਸਿਰ ਸੁੱਟ ਕੇ ਬੈਠ ਜਾਂਦਾ ਹੈ, ਝੂਰਦਾ ਹੈ, ਸਾਰੀ ਜ਼ਿੰਦਗੀ ਝੋਰਿਆਂ ਵਿੱਚ ਲੰਘ ਜਾਂਦੀ ਹੈ। ਵਿਰਲੇ ਬੰਦੇ ਸੰਸਾਰ ਵਿੱਚ ਹਨ ਜਿਨ੍ਹਾਂ ਨੇ ਵਾਹਿਗੁਰੂ ਦਾ ਪਵਿੱਤਰ ਨਾਮ ਦਾ ਸੱਚਾ ਧਨ ਇਕੱਠਾ ਕੀਤਾ ਹੈ। ਸਾਹਿਬ ਜੀ ਨੇ ਬਚਨ ਕੀਤਾ ਸੀ, ਪਾਂਡੇ ਗੋਪਾਲ ਨਾਲ ਚਿੱਤ ਜੋੜੀਏ, ਜੇ ਧਨ ਗਵਾਚਦਾ ਤਾਂ ਗਵਾਚਣ ਦੇ, ਜੇ ਇੱਕ ਪ੍ਰਭੂ ਦੇ ਪਿਆਰ ਵਿੱਚ ਜੁੜ ਸਕੇ ਉਹਦੇ ਲਈ ਤਾਂ ਮਨ ਤਨ ਧਨ ਸਭ ਦੇਣਾ ਪਵੇ ਉਹ ਵੀ ਘੱਟ ਹੈ, ਸਿਰ ਵੀ ਅਰਪਣ ਕਰ ਦੇਣਾ ਚਾਹੀਦਾ ਹੈ। ਉੱਥੇ ਤਾਂ ਸੀਸ ਵੱਢੇ ਕਰ ਬੈਸਣ ਦੀਜੇ, ਬਿਨ ਸਿਰ ਸੇਵ ਕਰੀਜੇ, ਇਸ ਅਵਸਥਾ ਦੀ ਗੱਲ ਕੀਤੀ ਗਈ ਹੈ। ਸਭ ਕੁਝ ਦੇ ਕੇ ਹੰਕਾਰ ਨਹੀਂ ਕਰਨਾ, ਹਉਮੈ ਨਹੀਂ ਕਰਨੀ, ਸਗੋਂ ਕਰਤਾਰ ਦੀ ਉਸ ਗੋਪਾਲ ਦੀ ਮਿਹਰ ਦੀ ਆਸ ਰੱਖਣੀ ਚਾਹੀਦੀ ਹੈ। ਦਾਵਾ ਵੀ ਨਹੀਂ ਬੰਨਣਾ। ਜਿਨ੍ਹਾਂ ਦੇ ਮਨ ਵਿੱਚ ਸਤਿਗੁਰੂ ਦਾ ਸ਼ਬਦ ਵਸ ਜਾਂਦਾ ਹੈ, ਵਾਹਿਗੁਰੂ ਦੇ ਨਾਮ ਦਾ ਆਨੰਦ ਆ ਜਾਂਦਾ ਹੈ, ਉਹ ਮਾਇਆ ਦੇ ਧੰਦਿਆਂ ਵਿੱਚ ਭਟਕਣ ਤੋਂ ਬਚ ਜਾਂਦੇ ਹਨ। ਦਰਅਸਲ ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨੇੜੇ ਕਰ ਦਿੰਦਾ ਹੈ, ਔਰ ਗੁਰੂ ਦੀ ਰਾਹੀਂ ਪਰਮਾਤਮਾ ਨਾਲੋਂ ਮਿਲ ਕੇ ਉਹ ਮੰਦਿਆਂ ਦੇ ਚੰਗੇ ਬਣ ਜਾਂਦੇ ਹਨ। ਜੰਗਲਾਂ ਵਿੱਚ ਪਰਮੇਸ਼ਰ ਨਹੀਂ, ਕਰਮ ਕਾਂਡ ਹੈ। ਆਖਰੀ
ਪੰਕਤੀਆਂ ਵਿੱਚ ਗੁਰੂ ਸਾਹਿਬ ਜੀ ਨੇ ਕਰਮ ਕਾਂਡ ਦਾ ਜ਼ਿਕਰ ਕੀਤਾ ਸੀ। ਰੱਬ ਨੂੰ ਲੱਭਣ ਲਈ ਬਾਹਰ ਜੰਗਲਾਂ ਵਿੱਚ ਜਾਂ ਕਿਤੇ ਹੋਰ ਭੋਰਿਆਂ ਵਿੱਚ ਜਾਂ ਹੋਰ ਕਸ਼ਟ ਦੇਣ ਦਾ ਜੋ ਕੰਮ ਚੱਲ ਰਿਹਾ ਸੀ, ਉਹਦਾ ਬਿਲਕੁਲ ਇਉਂ ਕਹਿ ਲਈਏ ਕਿ ਆਖਰੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਸਿਰਫ ਟੂਕ ਮਾਤਰ ਜਿਹਾ ਇਸ਼ਾਰਾ ਦੇ ਕੇ ਗੱਲ ਕੀਤੀ। ਬਨ ਬਨ ਫਿਰਤੀ ਢੂੰਡਤੀ, ਬਸਤ ਰਹੀ ਘਰ ਬਾਰ, ਸਤਿਗੁਰ ਮੇਲੀ ਮਿਲ ਰਹੀ, ਜਨਮ ਮਰਨ ਦੁੱਖ ਨਿਵਾਰ। ਵੀ ਜਦੋਂ ਸਤਿਗੁਰ ਨੇ ਮਿਲਾਇਆ, ਉਹਦੇ ਨਾਮ ਵਿੱਚ ਜੁੜ ਗਈ ਤੇ ਜਨਮ ਮਰਨ ਦਾ ਦੁੱਖ ਕੱਟਿਆ ਗਿਆ। तो इस आखिरी पंक्ति की जो टूक मात्र इशारे मात्र सी, अज उस तो अगे 37वीं पौड़ी विच उसे गल दी लंबी विचार की गई। उसे लड़ी नूं अगे तोड़दिया होया वो 37वीं पौड़ी जिहड़ी है ਉਹਦੇ ਵਿੱਚ ਉਹ ਕਰਮ ਕਾਂਡਾਂ ਦੀ ਗੱਲ ਜਿਹੜੀ ਸੀ ਉਸ ਨੂੰ ਫਿਰ ਡਿਟੇਲ ਵਿੱਚ ਦੁਹਰਾਇਆ ਗਿਆ। तो ਸਾਹਿਬ ਜੀ ਬਚਨ ਕਰਦੇ ਹਨ, ਨਾਨਾ ਕਰਤ ਨਾ ਛੂਟੀਐ, ਬਿਨ ਗੁਣ ਜਾਂ ਪੁਰ ਜਾਏ, ਨਾ ਤਿਸ ਇਹ ਨਾ ਉਹ ਹੈ, ਅਵਗੁਣ ਫਿਰ ਪਛਤਾਹੇ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ, ਬਿਨ ਨਾਵੇਂ ਨਿਰਭਉ ਕਹਾ ਕਿਆ, ਬਿਨ ਨਾਵੇਂ ਨਿਰਭਉ ਕਹਾ ਕਿਆ ਜਾਣਾ ਅਭਿਮਾਨ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ, ਬਿਨ ਨਾਵੇਂ ਨਿਰਭਉ ਕਹਾ ਕਿਆ ਜਾਣਾ ਅਭਿਮਾਨ। ਥਾਕ ਰਹੀ ਕਿਵ ਆਪਣਾ, ਹਾਥ ਨਹੀਂ ਨਾ ਪਾਰ, ਨਾ ਸਾਜਨ ਸੇ ਰੰਗ ਲੈ, ਕਿਸ ਪੈ ਕਰੀ ਪੁਕਾਰ। ਨਾਨਕ ਪ੍ਰਿਉ ਪ੍ਰਿਉ ਜੇ ਕਰੀ, ਮੇਲੇ ਮੇਲਣ ਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਹੇਤ ਅਪਾਰ। ਨਾਨਕ ਪ੍ਰਿਉ ਪ੍ਰਿਉ ਜੇ ਕਰੀ, ਮੇਲੇ ਮੇਲਣ ਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਹੇਤ ਅਪਾਰ। ਨਾਨਾ, ਨਾਨਾ ਦਾ ਅਰਥ ਹੁੰਦਾ ਹੈ ਕਈ ਪ੍ਰਕਾਰ ਦੇ, ਕਈ ਕਿਸਮਾਂ ਦੇ, ਅਨੇਕਾਂ ਤਰ੍ਹਾਂ ਦੇ। ਕਰਤ ਭਾਵ ਅਨੇਕਾਂ ਤਰ੍ਹਾਂ ਦੇ ਕੰਮ, ਅਨੇਕਾਂ ਤਰ੍ਹਾਂ ਦੇ ਕਰਮ। ਜੋ ਗੱਲ ਪਿੱਛੇ ਸ਼ੁਰੂ ਕੀਤੀ ਸੀ, ਸਤਿਗੁਰੂ ਜੀ ਨੇ ਪਿਛਲੀ ਪੌੜੀ ਦੇ ਵਿੱਚ ਆਖਰੀ ਪੰਕਤੀਆਂ ਦੇ ਵਿੱਚ ਬਨ ਬਨ ਫਿਰਤੀ ਢੂੰਡਤੀ, ਬਸਤ ਰਹੀ ਘਰ ਬਾਰ, ਇਹ ਕਰਮ ਕਾਂਡ ਹੈ ਜੋ ਧਰਮ ਦੇ ਨਾਂ ਤੇ ਕੀਤਾ ਜਾਂਦਾ ਸੀ। ਉਸ ਗੋਪਾਲ ਨੂੰ ਲੱਭਣ ਲਈ ਜੰਗਲਾਂ ਵਿੱਚ ਤੁਰੇ ਫਿਰਨਾ, ਘਰ ਬਾਰ ਤਿਆਗ ਦੇਣਾ, ਪਹਾੜਾਂ ਦੀਆਂ ਉਚਾਈਆਂ ਤੇ ਜਾ ਕੇ ਬੈਠ ਜਾਣਾ, ਇਹ ਸਭ ਕਰਮ ਕੀਤੇ ਜਾਂਦੇ ਸਨ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਮੀਰ ਦੀਆਂ ਉੱਚੀਆਂ ਪਹਾੜੀਆਂ ਤੇ ਜਾ ਕੇ ਵੀ ਘਰ ਬਾਰ ਛੱਡਣ ਵਾਲਿਆਂ ਨੂੰ ਫਿਟਕਾਰ ਪਾਈ ਸੀ ਔਰ ਜੀਵਨ ਦਾ ਮਾਰਗ ਦੱਸਿਆ ਸੀ। ਕਹਿਣ ਲੱਗੇ, ਦੁਨੀਆ ਦੇ ਫਰਜ਼ ਛੱਡ ਕੇ ਸੰਸਾਰ ਦੇ ਫਰਜ਼ਾਂ ਨੂੰ ਵੱਲੋਂ ਕਤਾਈ ਕਰਕੇ ਕਦੀ ਗੋਪਾਲ ਖੁਸ਼ ਨਹੀਂ ਹੁੰਦਾ, ਨਿਰੰਕਾਰ ਖੁਸ਼ ਨਹੀਂ ਹੁੰਦਾ। ਘਰ ਬੈਠਿਆ ਸ਼ੌਕ ਮਿਲਦਾ ਹੈ ਜੇ ਨੀਅਤ ਰਾਸ ਕਰੇ ਦੀ ਗੱਲ ਹੈ। ਨੀਅਤ ਰਾਸ ਕੀਤੀ ਜਾਏ ਤਾਂ ਘਰ ਬੈਠਿਆ ਮਿਲਦਾ ਹੈ। ਜੰਗਲਾਂ ਵਿੱਚੋਂ ਜਾਂ ਹੋਰ ਕਰਮਾਂ ਨਾਲ ਰੱਬ ਨਹੀਂ ਮਿਲਦਾ। ਤਾਂ ਉਸ ਕਰਮ ਕਾਂਡਾਂ ਨੂੰ ਅੱਜ ਅੱਗੇ ਗੱਲੜੀ ਤੋੜੀ ਹੈ, ਨਾਨਾ ਕਰਤ ਨਾ ਛੂਟੀ ਹੈ।
ਬਿਨ ਗੁਣ ਜੰਪੁਰ ਜਾਹਿ। ਵੀ ਇਹ ਭਾਂਡੇ ਅਨੇਕਾਂ ਕਰਮ ਕਾਂਡ ਕਰਕੇ, ਧਾਰਮਿਕ ਰਸਮਾਂ, ਧਾਰਮਿਕ ਰਵਾਇਤਾਂ ਪੂਰੀਆਂ ਕਰਕੇ ਹੰਕਾਰ ਤੋਂ ਛੁੱਟੀਏ ਦਾ ਹੁੰਦਾ, ਛੁੱਟ ਜਾਣਾ, ਖਲਾਸੀ ਹੋ ਜਾਣੀ। ਵੀ ਅਨੇਕਾਂ ਕਰਮ ਕਾਂਡ ਕਰਕੇ ਹੰਕਾਰ ਨਹੀਂ ਖਤਮ ਹੁੰਦਾ, ਸਗੋਂ ਹੰਕਾਰ ਵਿੱਚ ਹੋਰ ਵਾਧਾ ਹੁੰਦਾ ਹੈ। ਜਦੋਂ ਮਨੁੱਖ ਧਰਮ ਦੇ ਨਾਂ ਤੇ ਕਰਮ ਕਰਦਾ ਹੈ ਨਾ, ਸਹਿਜ ਸੁਭਾਏ ਉਹਦੇ ਮਨ ਵਿੱਚੋਂ ਹੌਲੀ ਹੌਲੀ ਸੂਖਸ਼ਮ ਰੂਪ ਵਿੱਚ ਪਹਿਲਾਂ ਹਉਮੈ ਜਨਮ ਲੈਂਦੀ ਹੈ, ਤੇ ਇਹ ਹਉਮੈ ਹੌਲੀ ਹੌਲੀ ਹੰਕਾਰ ਦਾ ਪ੍ਰਤੱਖ ਨਜ਼ਾਰਾ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੰਦੀ ਹੈ। ਉਹਦਾ ਪ੍ਰਤੱਖ ਰੂਪ ਹੈ। ਤੇ ਇਹ ਕਰਮ ਕਾਂਡਾਂ ਦੇ ਨਾਲ ਦੂਰ ਹੁੰਦੀ ਨਹੀਂ, ਤੇ ਮਨੁੱਖ ਕਰਮ ਕਾਂਡਾਂ ਦੇ ਨਾਲ ਇਹਨੂੰ ਦੂਰ ਕਰਨ ਦਾ ਜਿਵੇਂ ਜਿਵੇਂ ਯਤਨ ਕਰਦਾ ਹੈ, ਤਿਵੇਂ ਤਿਵੇਂ ਇਹਦੇ ਮਾਇਆ ਦੇ ਬੰਧਨ ਹੋਰ ਵੱਜਦੇ ਜਾਂਦੇ ਹਨ। ਮਾਇਆ ਦੇ ਬੰਧਨ ਨਹੀਂ ਟੁੱਟਦੇ, ਤੇ ਨਾ ਹੀ ਮਾਇਆ ਦੇ ਬੰਧਨਾਂ ਤੋਂ ਦਾ ਛੁਟਕਾਰਾ ਹੋ ਸਕਦਾ ਹੈ। ਸਤਿਗੁਰੂ ਜੀ ਫਿਰ ਕਹਿੰਦੇ ਨੇ, ਬਈ ਇਹ ਪਾਂਡੇ, ਕਪਾਲ ਦਾ ਨਾਮ ਹਿਰਦੇ ਦੀ ਪੱਟੀ ਤੇ ਲਿਖ। ਹੋਰ ਕਰਮ ਕਰਨ ਨਾਲ ਪ੍ਰਭੂ ਦੀ ਦਰਗਾਹ ਵਿੱਚੋਂ ਛੁੱਟ ਨਹੀਂ ਸਕੇਗਾ, ਸਗੋਂ ਹੰਕਾਰ ਹੋਰ ਵੱਧਦਾ ਜਾਏਗਾ। ਸੰਸਾਰ ਅੱਜ ਦੇਖ ਰਹੇ ਹਾਂ, ਦੁਨੀਆ ਹੋਰ ਹੋਰ ਕਰਮ ਕਰਨ ਵਿੱਚ ਰੁੱਝੀ ਹੋਈ ਹੈ। ਕਿਤੋਂ ਕੋਈ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਦੂਜਿਆਂ ਨੂੰ ਉਪਦੇਸ਼ ਦੀਆਂ ਗੱਲਾਂ ਕਰੀ ਜਾ ਰਿਹਾ ਹੈ। ਇਹ ਵੀ ਇੱਕ ਹਉਮੈ ਹੈ, ਇਹ ਵੀ ਹੰਕਾਰ ਦਾ ਰੂਪ ਹੈ। ਪਰ ਖਿਆਲ ਕਰਨਾ, ਦੀਵਾ ਜਗਦੇ ਦੀਵੇ ਤੋਂ ਜਗਦਾ ਹੈ। ਹੰਕਾਰ ਦੀਆਂ ਗੱਲਾਂ ਕਰਨ ਵਾਲਾ ਕਦੀ ਦੂਜਿਆਂ ਦਾ ਦੀਵਾ ਨਹੀਂ ਜਗਾ ਸਕਦਾ। ਅੱਜ ਬਹੁਤ ਗਿਣਤੀ ਸਾਡੀ ਇੱਥੇ ਹੀ ਖੜੀ ਹੈ। ਪ੍ਰਚਾਰਕ ਸ਼੍ਰੇਣੀ ਵਿੱਚ ਵੀ ਇਹ ਵੱਡੀ ਪ੍ਰੋਬਲਮ ਹੈ। ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਆਪਣੀ ਗਲਤ ਗੱਲ ਨੂੰ ਵੀ ਠੀਕ ਕਰਾਰ ਦੇਣ ਲਈ ਹਰ ਵੇਲੇ ਉਹਦਾ ਜ਼ੋਰ ਲੱਗ ਜਾਂਦਾ ਹੈ। ਸੋਸ਼ਲ ਮੀਡੀਆ, ਹੋਰ ਚੀਜ਼ਾਂ, ਆਪਣੀ ਵੀਡੀਓ ਬਣਾ ਕੇ ਪਾਓ, ਹੋਰ ਕਰੋ। ਇਹ ਸਾਰਾ ਜ਼ੋਰ ਕਿਸ ਕਰਕੇ ਲੱਗਦਾ ਹੈ? ਹੰਕਾਰ ਨੂੰ ਪੱਠੇ ਪਾਉਣ ਲਈ, ਆਪਣੀ ਗਲਤ ਗੱਲ ਨੂੰ ਠੀਕ ਸਾਬਤ ਕਰਨ ਲਈ। ਅੱਜ ਸੰਸਾਰ ਦੇ ਵਿੱਚ ਦੇਖੀਦਾ ਕੀ ਹੈ? ਇਹੋ ਕੁਝ ਹੀ ਸੰਸਾਰ ਵਿੱਚ ਵਾਪਰ ਰਿਹਾ ਹੈ। ਕਿਤੇ ਕੋਈ ਮੋਨੀ ਬਣ ਕੇ, ਸਾਧੂ ਬਣ ਕੇ ਸਮਾਧੀਆਂ ਲਾ ਕੇ ਬੈਠਾ, ਕੋਈ ਤੀਰਥਾਂ ਦੇ ਕਿਨਾਰੇ ਤੇ ਜਾ ਕੇ ਬੈਠ ਗਿਆ, ਉੱਥੇ ਹੀ ਇਸ਼ਨਾਨ ਕਰੀ ਜਾਂਦਾ ਹੈ। ਕੋਈ ਸਿੱਧ ਸਾਧਕ ਆਪਣੀਆਂ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਨਾਲ ਲੋਕਾਂ ਨੂੰ ਭਰਮਾ ਰਹੇ ਨੇ। ਕੋਈ ਕਾਲੇ ਮੰਤਰ, ਕਾਲਾ ਟੂਣਾ, ਕੋਈ ਜਾਦੂ, ਇਹੋ ਖੇਡਾਂ ਚ ਹੈ। ਕੋਈ ਜੋਤਿਸ਼ ਦੀ ਦੁਨੀਆ ਵਿੱਚ ਤੁਰਿਆ ਫਿਰਦਾ। ਮੈਂ ਤਾਂ ਹੈਰਾਨ ਹਾਂ, ਏਡੀ ਵੱਡੀ ਵੱਡੀ ਐਡ ਟੀਵੀ ਚੈਨਲਸ ਦੇ, ਨੈਸ਼ਨਲ ਚੈਨਲ ਦੇ ਉੱਤੇ ਜੋਤਿਸ਼ ਦੀ ਆਵੇ, ਤੇ ਇਹਦਾ ਮਤਲਬ ਇਹ ਵੀ ਦੁਨੀਆ ਇਸ ਜੋਤਿਸ਼ ਦੇ ਭੁਲੇਖੇ 'ਚ ਹੀ ਫਸੀ ਫਿਰਦੀ ਹੈ। ਧਰਮ ਦੇ ਨਾਂ ਤੇ ਇਹ ਵੀ ਕੰਮ ਕੀਤਾ ਜਾ ਰਿਹਾ, ਧਰਮ ਦੇ ਨਾਂ ਤੇ ਚਲੀਆ ਕੱਟਿਆ ਜਾ ਰਿਹਾ, ਧਰਮ ਦੇ ਨਾਂ ਤੇ ਅਗਰਬੱਤੀਆਂ ਧੂਫਾਂ ਵਾਲੀਆਂ ਜਾ ਰਹੀਆਂ ਨੇ, ਧਰਮ ਦੇ ਨਾਂ ਦੇ ਉੱਤੇ ਹੀ ਕੁੰਭ ਨਾਰੀਅਲ ਜੋਤ ਰੱਖੀ ਜਾ ਰਹੀ ਹੈ। ਇਹ ਧਰਮ ਦੇ ਨਾਂ ਤੇ ਆਪਣੇ ਉਹਨਾਂ ਦੇ ਮਨ 'ਚ ਸ਼ਾਇਦ ਇਹ ਵੀ ਧਰਮ ਹੈ। ਕਿਤੇ ਕੋਈ ਚੀਜ਼ ਰਹਿ ਜਾਏ ਤੇ ਕਹਿੰਦੇ ਸਾਡਾ ਤਾਂ ਪਾਠ ਹੀ ਅਧੂਰਾ ਹੋ ਗਿਆ, ਇੱਥੇ ਜੋਤ ਹੀ ਨਹੀਂ ਜਗੀ। ਹੁਣ ਇਹ ਗੱਲਾਂ ਸਾਰੀਆਂ ਬੰਦੇ ਦੇ ਰੱਬ ਨਾਲ ਮਿਲਾਪ ਨਹੀਂ ਕਰਾਉਂਦੀਆਂ। ਇਹ ਸਾਰੇ ਕਰਮ ਹੰਕਾਰ ਨੂੰ ਜਨਮ ਦਿੰਦੇ ਹਨ। ਇਹਨਾਂ ਨਾਲ ਪ੍ਰਭੂ ਨਾਲੋਂ ਵਿੱਥ ਹੋਰ ਵੱਧਦੀ ਜਾਂਦੀ ਹੈ। ਇਹ ਪ੍ਰਭੂ ਦੇ ਨਾਲੋਂ ਵਿੱਥ ਹੋਰ ਵੱਧਦੀ ਜਾਂਦੀ ਹੈ। ਜਰਾ ਖਿਆਲ ਕਰਕੇ ਦੇਖੀਏ, ਸੰਸਾਰ ਵਿੱਚ ਬਹੁਤ ਸਾਰੇ ਮਤ, ਬਾਕੀ ਮਤਾਂ ਦੀ ਗੱਲ ਕਰੀਏ, ਉਹਨਾਂ ਦਾ ਖਿਆਲ ਵੀ ਇਹੀ ਹੈ ਕਿ ਮਨੁੱਖ ਇਸ ਜਨਮ ਤੋਂ ਬਾਅਦ, ਇਸ ਮਰਨ ਤੋਂ ਬਾਅਦ ਨਵਾਂ ਜਨਮ ਧਾਰਦਾ ਹੈ। ਇਹ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। ਵੱਖ-ਵੱਖ ਧਰਮਾਂ ਦੇ ਆਗੂਆਂ ਨੇ, ਉਹਨਾਂ ਦੇ ਪ੍ਰਚਾਰਕਾਂ ਨੇ
ਉਹਨਾਂ ਜਨਮ ਮਰਨ ਦੇ ਗੇੜੇ ਤੋਂ ਬਚਣ ਲਈ ਆਪਣੇ ਸ਼ਰਧਾਲੂਆਂ ਨੂੰ ਵੱਖਰੇ ਵੱਖਰੇ ਰਾਹ ਦੱਸ ਦਿੱਤੇ। ਹੁਣ ਇਹਦੇ 'ਚ ਵੀ ਗੱਲ ਇਹੋ ਹੀ ਆ ਰਹੀ ਹੈ, ਜੰਮਪੁਰ ਜਾਹੇ ਦੀ ਗੱਲ ਆ ਰਹੀ ਹੈ। ਭਾਵ ਜਨਮ ਮਰਨ ਦਾ ਗੇੜਾ ਹੈ, ਡਰ ਹੈ ਮੌਤ ਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀਆ ਇਹ ਖੁਸ਼ੀ ਕਰਦੀ ਹੈ, ਜਨਮ ਮਰਨ ਦੇ ਗੇੜ ਤੋਂ ਬਚਣ ਲਈ, ਮੁਕਤੀ ਦੀ ਪ੍ਰਾਪਤੀ ਵਾਸਤੇ, ਮਨੁੱਖ ਦੇ ਕਲਿਆਣ ਦੇ ਲਈ ਕਈ ਤਰ੍ਹਾਂ ਦੇ ਕਰਮਕਾਂਡ ਹੋਂਦ ਚ ਆ ਗਏ। ਜੇ ਅਸੀਂ ਸਨਾਤਨੀ ਮੱਤ ਵੱਲ ਦੇਖਦੇ ਹਾਂ, ਉੱਥੇ ਗਊਆਂ ਮਨਸਾਉਣੀਆਂ, ਤੀਰਥਾਂ ਦੇ ਭਰਮ ਕਰਨਾ, ਗਾਂ ਨੂੰ ਪੀੜੇ ਦੇਣੇ, ਗਾਂ ਦੀ ਪੂਜਾ ਕਰਨੀ, ਦੇਵੀ ਦੇਵਤਿਆਂ ਦੀ ਮੂਰਤੀਆਂ ਦੀ ਪੂਜਾ ਕਰਨੀ, ਪਿੰਡ ਪੱਤਲ ਕਿਰਿਆ ਆਦਿ ਕਰਨੇ, ਸ਼ਰਾਧ ਕਰਨੇ, ਉਹਨਾਂ ਵੱਲ ਦੇਖਾ ਦੇਖੀ ਕਰਮਕਾਂਡ ਅਸੀਂ ਵੀ ਕਰਨ ਲੱਗ ਪਏ। ਉਹਨਾਂ ਦਾ ਮਤ ਕਹਿੰਦਾ ਉਹਨਾਂ ਨੂੰ ਮੁਬਾਰਕ ਹੈ, ਪਰ ਗੁਰਮਤ ਨਾ ਗਊ ਦੀ ਪੂਜਾ ਅਲਾਉ ਕਰਦੀ ਹੈ, ਨਾ ਗੁਰਮਤ ਨਾ ਤੀਰਥਾਂ ਦਾ ਭਰਮਣ ਕਰਨ ਦੀ ਗੱਲ ਕਰਦੀ ਹੈ, ਗੁਰਮਤ ਨਾ ਮੂਰਤੀਆਂ ਦੀ ਪੂਜਾ ਕਰਨ ਦੀ ਗੱਲ ਕਰਦੀ ਹੈ, ਗੁਰਮਤ ਨਾ ਮਰਨ ਤੋਂ ਬਾਅਦ ਪਿੰਡ ਭਰਾਉਣ ਦੀ ਗੱਲ ਕਰਦੀ ਹੈ, ਗੁਰਮਤ ਨਾ ਗੁਰਮਤ ਸ਼ਰਾਧ ਕਰਾਉਣ ਦੀ ਗੱਲ ਕਰਦੀ ਹੈ। ਮੈਂ ਤਾਂ ਹੈਰਾਨ ਆ ਵੀ ਸਿੱਖ ਪਰਿਵਾਰਾਂ ਦੇ ਵਿੱਚੋਂ ਸੰਸਕਾਰ ਤੇ ਜਾਣ ਦਾ ਜਦੋਂ ਮੌਕਾ ਮਿਲਦਾ ਸੀ ਕਿਸੇ ਮ੍ਰਿਤਕ ਦੇ, ਤਾਂ ਪੰਡਤ ਉਹਨਾਂ ਦੇ ਹੱਥ 'ਚ ਇੱਕ ਸੋਟਾ ਜਿਹਾ ਫੜਾ ਦਿੰਦਾ ਸੀ। ਉੱਥੋਂ ਦੇ ਪੰਡਤ, ਸੋਟਾ ਕੀ ਹੈ ਜੀ? ਜਦੋਂ ਅੱਗ ਪੂਰੀ ਤਰ੍ਹਾਂ ਬਲ ਜਾਏ, ਉਸ ਤੋਂ ਬਾਅਦ ਮਰੇ ਹੋਏ ਮਨੁੱਖ ਦੀ ਖੋਪੜੀ ਦੇ ਵਿੱਚ ਉਹ ਸੋਟਾ ਮਾਰ ਕੇ ਉਹਦੀ ਖੋਪੜੀ ਭੰਨੀ ਜਾਂਦੀ ਸੀ। ਉਹਨੂੰ ਕਪਾਲ ਕਿਰਿਆ ਕਹਿੰਦੇ ਨੇ। ਤੇ ਸੋਟਾ ਫਿਰ ਪਿੱਛੇ ਨਹੀਂ ਸੁੱਟਣਾ, ਉਹਨੂੰ ਘੁਮਾ ਕੇ ਅਗਲੇ ਪਾਸੇ ਸੁੱਟ ਦੇਣਾ। ਖੋਪੜੀ ਇਸ ਕਰਕੇ ਭੰਨੀ ਸੀ ਵੀ ਭੈੜੀ ਰੂਹ ਜਿਹੜੀ ਪਰਲੇ ਪਾਸੇ ਦੌੜ ਜਾਏ। ਦੱਸੋ ਭਲਾ, ਆਇਆ ਗਿਆ ਮੋਇਆ ਨਾ ਉਹਦੀ ਗੱਲ ਹੋ ਗਈ। ਕਿੱਥੇ ਸੀ ਇਹ ਫਿਲਾਸਫੀ? ਕਿੱਥੋਂ ਦਾ ਕੰਮ ਸੀ? ਕਿੱਥੋਂ ਦਾ ਗੁਣ ਸੀ? ਕਿੱਥੋਂ ਦਾ ਧਰਮ ਹੈ ਉਹ? ਔਰ ਸਾਡੇ ਸਿੱਖ ਵੀਰ ਉਹ ਬੜਾ ਆਰਾਮ ਨਾਲ ਕਰੀ ਜਾਂਦੇ ਨੇ। ਜੋ ਪੰਡਿਤ ਨੇ ਕਹਿਤਾ ਉਹਨੂੰ ਸੱਤ ਕਰਕੇ ਮੰਨ ਲਿਆ। ਕਿਤੇ ਹੈ ਸਾਡੀ ਫਿਲਾਸਫੀ 'ਚ ਐਡੇ ਕਰਮ ਕਾਂਡ ਅਸੀਂ ਧਰਮ ਦੇ ਨਾਂ ਤੇ ਹੈ, ਉਹ ਵੀ ਧਰਮ ਮੰਨਿਆ ਜਾਂਦਾ। ਉਹ ਵੀ ਕਹਿੰਦੇ ਨੇ ਅਸੀਂ ਬੜਾ ਧਰਮ ਦਾ ਕੀਤਾ ਜੀ, ਅਸੀਂ ਕਪਾਲ ਕਿਰਿਆ ਕਰ ਦਿੱਤੀ, ਅਸੀਂ ਸ਼ਰਾਧ ਕਰ ਦਿੱਤੇ। ਸ਼ਰਾਧ ਤਾਂ ਦੁਨੀ ਚੰਦ ਵੀ ਕਰਦਾ ਸੀ। ਗੁਰੂ ਬਾਬੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾ ਕੇ ਸਿੱਧੀ ਗੱਲ ਕੇ ਸਮਝਾ ਦਿੱਤੀ ਵੀ ਜਿਉਂਦੇ ਤਾਂ ਪਿਓ ਨੂੰ ਪਿਓ ਮੰਨ ਕੇ ਰਾਜੀ ਨਹੀਂ। ਬੈੱਡ ਤੇ ਪਿਆ ਵਿਚਾਰਾ, ਪਾਣੀ ਦਾ ਗਲਾਸ ਮੰਗਦਾ, ਮਰ ਗਿਆ, ਉਹਨੂੰ ਤਾਂ ਪਾਣੀ ਨਹੀਂ ਪਿਆਇਆ। ਦੱਸੋ ਸ਼ਰਾਧ ਕਰਨਾ ਕਿੱਥੇ ਉਹਨੂੰ ਭੋਜਨ ਮਿਲ ਜਾਏਗਾ? ਸਾਹਮਣੇ ਖਾ ਗਏ ਜਾਂ ਤਾਂ ਗੁਰਦੁਆਰੇ ਦੇ ਭਾਈ ਸਾਹਿਬ ਤੇ ਜਾਂ ਪੰਡਤ ਤੇ ਜਾਂ ਕਾਂ ਤੇ ਦੂਜੇ ਚਿੜੀਆਂ, ਤੋਤੇ ਜਾਂ ਕੁੱਤੇ। ਕਿੱਥੇ ਗਿਆ ਭੋਜਨ? ਕਿੱਥੇ ਪਹੁੰਚ ਗਿਆ? ਅਸੀਂ ਕਿੰਨੀ ਵਾਰੀ ਸ਼ਬਦ ਵੀ ਪੜ੍ਹ ਲਿਆ, ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾਈ, ਪਿੱਤਰ ਵੀ ਵਪਰੇ ਕਹੋ ਕਿਆ ਪਾਵੇਂ, ਕਹੂਆ ਕੂਕਰ ਖਾਈ। ਅਸੀਂ ਪੜ੍ਹ ਵੀ ਲਿਆ, ਪਰ ਫਿਰ ਉਹ ਕੁਝ ਕਰਮ ਕਰੀ ਜਾਂਦੇ ਆ, ਕਰਦੇ ਨੂੰ ਵੀ ਧਰਮ ਸਮਝ ਕੇ ਆ। ਧਰਮ ਦੇ ਨਾਂ ਤੇ ਕਰਮ ਜਿਹੜੇ ਨੇ ਕਰੀ ਜਾਂਦੇ ਨੇ। ਅਸੀਂ ਦੇਖਦੇ ਹਾਂ ਜੱਗ ਕਰੀ ਜਾਣੇ, ਜਗਰਾਤੇ ਕਰਾਈ ਜਾਣੇ, ਉਹ ਬਲੀਆਂ ਦੇ ਜਿਹੜੀਆਂ ਮੰਤਰ ਪੜ੍ਹੀ ਜਾਣੇ। ਉਹ ਵੇਦਾਂ ਦਾ ਮੰਤਰ ਪੜ੍ਹਦਾ ਸੀ, ਅਸੀਂ ਬਾਣੀ ਨੂੰ ਮੰਤਰ ਬਣਾ ਕੇ ਪੜ੍ਹ ਲਿਆ। ਗੁਰੂ ਪਾਤਸ਼ਾਹ ਨੇ ਕਿਤੇ ਫਿਲਾਸਫੀ ਨਹੀਂ ਦੱਸੀ ਵੀ ਬਾਣੀ ਨੂੰ ਮੰਤਰ ਬਣਾ ਕੇ ਪੜ੍ਹ ਲਿਆ। ਦੇਖੋ, ਪੜ੍ਹਨ ਤੇ ਪਾਬੰਦੀ ਨਹੀਂ ਸੀ ਹੈਗੀ, ਨਾ ਹੀ ਪੜ੍ਹਨ ਤੇ ਪਾਬੰਦੀ ਲੱਗੀ ਸੀ, ਪਰ ਪੜ੍ਹਨ ਵਿੱਚੋਂ ਧਰਮ ਦਾ ਜਨਮ ਤਾਂ ਹੋਣਾ ਚਾਹੀਦਾ ਸੀ ਨਾ। ਪੜ੍ਹਨਾ ਇੱਕ ਕਰਮ ਹੈ ਤੇ ਕਰਮ ਵਿੱਚੋਂ ਧਰਮ ਜਨਮ ਹੋਣਾ ਚਾਹੀਦਾ। ਹੁਣ ਜੇ ਕਰਮ ਵਿੱਚੋਂ ਧਰਮ ਜਨਮ ਨਹੀਂ ਲੈਂਦਾ ਤੇ ਧਰਮ ਦੇ ਨਾਂ ਤੇ ਕੀਤੇ ਹੋਏ ਕੰਮ ਜਿਹੜੇ ਨੇ ਉਹ ਫਿਰ ਗੁਰੂ ਪਾਤਸ਼ਾਹ ਨੂੰ ਪਖੰਡ ਕਹਿੰਦੇ ਨੇ। ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਖੰਡ ਕਹਿੰਦੇ ਨੇ। ਕਿਹੜੇ ਨੂੰ? ਜਿਹੜੇ ਧਰਮ ਦੇ ਨਾਂ ਤੇ ਕਰਮ ਕੀਤਾ ਜਾਂਦਾ। ਸਾਹਿਬ ਜੀ ਉੱਥੇ ਕਹਿੰਦੇ ਨੇ ਵੀ ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਕਰਮ ਧਰਮ, ਤੀਰਥ ਇਸ਼ਨਾਨ, ਮੂਰਤੀ ਪੂਜਾ, ਮ੍ਰਿਤਕ ਸੰਸਕਾਰ ਦੀਆਂ ਕਿਰਿਆ, ਧਾਰਮਿਕ ਕੰਮ, ਪਖੰਡ ਵਿਖਾਵੇ ਲਈ ਧਾਰਮਿਕ ਰਸਮਾਂ। ਦੇਖੋ ਕਿ ਗੁਰੂ ਪਾਤਸ਼ਾਹ ਕਿੰਨਾ ਸਪਸ਼ਟ ਜੀ ਗੱਲ ਸਾਨੂੰ ਕਰਦੇ ਨੇ। ਕਹਿੰਦੇ ਨੇ ਵੀ ਇਹ ਕੰਮ ਜਿਹੜੇ ਨੇ ਧਰਮ ਦੇ ਨਾਂ ਤੇ ਕਰਮ ਕੀਤੇ ਜਾ ਰਹੇ, ਪਰ ਹੋਏਗਾ ਕੀ? ਇਹ ਪਖੰਡ ਹੈ। ਜੋ ਵੀ ਦਿਸਦੇ ਨੇ
तेने जम जगाती लूटा, वो तो पहले मसूलिए ने पहले ले लेने ने, राह ही लुटे जाने ने, तेरे नाल तो निभना कोई नहीं। गल सारी अगे सी निर्वाण कीर्तन गावो करते का, निर्वाण कीर्तन की गल की, वासना रहत होके गल की, काहू फल की इच्छा नहीं बांछे की गल की। गुरबाणी ने जिहड़ी गल की वो सी गुरु का हुक्म मनन की गल। असी गुरु के हुक्म के उल्ट कर्म कांड कर रहे हैं। सतगुरु जी कहते देखो संतो सागर पार उतर गया, किवें? जे को बचन कमावे संतन का, सो गुर प्रसादी तरिए। भी जिहड़ा गुरु के बचनां नूं मन लैंदा है वो गुरु की किरपा नाल तर जाता है। बाकी सारे कर्म धर्म पखंड जो दिसे ते जम जगाती लूटे है। फिर कहते ने कोट तीरथ मदन इशनाना, इस कल मैं मैल भरीजै, साध संग जो हर गुण गावे सो निर्मल कर लीजै। सारियां गल्लां समझाई जाते हैं। वेद कतेव सिमरत सब शास्त्र, इन पढ़िया मुक्त ना हुई, एक अखर नाश ना होने वाला, खुर ना वाला, जो गुरमुख जापै तिसके निर्मल सोई। हुण ये उपदेश केवल एक व्यक्ति नूं नहीं सी, ये उपदेश केवल मेरे लिए नहीं सी, ये उपदेश केवल तुहाडे लिए नहीं सी, ये तो सारी दुनिया नूं उपदेश सी। किहड़े? जिहड़े उस वेले वर्ण वंड अनुसार उन्हें वंडे हुए सन, खत्तरी ब्राह्मण शूद वैश, उपदेश चौं वर्णा को साझा। गुरु नानक पातशाह जी ने ये उपदेश केवल ब्राह्मण नूं तां नहीं दिता, केवल उपदेश जिहड़ा सी वो मैनू मेरे लिए रिजर्व नहीं रखिया। गुरु नानक तो जिथे गए उन्होंने हर कर्म कांड की जाके निखिद्धी करके एक ढंग से गुरु नानक पातशाह के कोल कर्म कांड गुरु नानक जिन्ने स्थाना ते गुरु नानक पातशाह गए, हर थगा जाके गुरु नानक पातशाह ने उन्होंने बोली में उन्होंने गल समझा दी भी ये गलत काम है। जे सतगुरु जी जगन्नाथपुरी के मंदिर च गए, उत्थे आरती का कर्म कांड जिहड़ा रोज अजकल असीं भी कर रहे हैं कीता जांदा सी, उत्थे गुरु नानक ने अपनी आरती की गल कर दी। कह लगे भोलिओ इस आरती की की लोड़ है? वो आरती का गगन में थाल राव चंद बड़े तार का मंडल जनक मोती हो रही है। कदी आकाश नूं देखो, वो किड्डा सोहना थाल बनया होया, किवें चंद्रमा सूरज सब उहदे गुण गा रहे हैं। तुहाडे दीविया का की है? तो हुण घड़ी बाद बुझ जाणगे। तुसीं उत्ते घुमा लो, थल्ले घुमा लो, इधर कर लो, उधर कर लो, पर तकलीफ इस गल दी है भी साडे केंद्री स्थान तख्तां उत्ते भी ओह कुछ ही हो रहा है। भी कर्म कांड कित्थे लिखिया गुरमत ने? किहड़ी फिलासफी विच गल्लां लिखियां होईयां जिहड़ियां गल्लां नूं असीं करी जांदे आ जां असीं मन रहे हैं? गुरमत ने किते ये जगह नहीं दी। तो सतगुरु जी कहते ने भी ये जिहड़े कर्म कांड ने ये धर्म की दुनिया विच नहीं चल सकते। जिहड़े भी ये कर्म कांड करते हैं, गुरु पातशाह सतगुरु गुरु नानक देव महाराज उस पांडे नूं ये गल समझाउंदे ने भी इहो जिहियां फोकट ते कर्म फिलोसफियां दे नाल मनुख दा कल्याण नहीं हुंदा, सगों इहदे जीवन विच रुकावटां खड़ियां हुंदियां ने। केवल प्रभु की सिफत सलाह नाम जपना, साध संगत विच प्रभु के गुणां नूं गाउणा, इहो ही मुक्ति का साधन है। इहो ही माया के बंधनां तो आजाद करा सकता है। इहो ही प्रभु नाल अभेदता करन दा एक ढंग है। प्रभु के गुण गा के मनुख का सुभाव प्रभु वर्गा हो जाए, ਉਹਦੇ ਵਰਗੇ ਉਹਦੇ ਗੁਣਾਂ ਨੂੰ ਧਾਰਨ ਕਰਕੇ, ਜਿਸ ਕਰਕੇ ਉਹਦੀ ਪ੍ਰਭੂ ਨਾਲ ਨੇੜਤਾ ਬਣ ਜਾਏ ਤੇ ਅੰਤ ਜਦੋਂ ਨੇੜਤਾ ਬਣ ਗਈ ਉਹ ਵੀ ਪ੍ਰਭੂ ਵਰਗਾ ਹੋ ਜਾਂਦਾ ਹੈ, ਪ੍ਰਭੂ ਨਾਲ ਇਕਸਰ ਹੋ ਜਾਂਦਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਪਾਂਡੇ ਦੇਖ, ਧਰਮ ਦੀ ਦੁਨੀਆ ਵਿੱਚ ਅੱਜ ਇਹੋ ਕੁਝ ਵਾਪਰਦਾ ਹੈ, ਪਰ ਇਹ ਕਰਮ ਖਲਾਸੀ ਨਹੀਂ ਕਰਾ ਸਕਦੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛ ਲਈਏ, ਪਾਤਸ਼ਾਹ ਜੀ ਕੀ ਕਰਮ ਸਾਨੂੰ ਖਲਾਸੀ ਕਰਾ ਦਿੰਦੇ ਨੇ? ਤੇ ਸਤਿਗੁਰੂ ਜੀ ਦਾ ਪੂਰਾ ਲੰਬੇਰਾ ਸ਼ਬਦ ਲਿਖ ਕੇ ਰੱਖ ਦਿੱਤਾ ਸੋਠ ਰਾਗ ਵਿੱਚ। ਸਤਿਗੁਰੂ ਕਹਿੰਦੇ ਦੇਖੋ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਦਕ ਅਹੰਗ ਬੁੱਧ ਬਾਂਧੇ।
ਇਹ ਤਾਂ ਹੰਕਾਰ ਨੂੰ ਜਨਮ ਦੇਈ ਜਾਂਦੇ ਨੇ। ਜਿਵੇਂ ਜਿਵੇਂ ਕਰਮ ਕਰੀ ਜਾਂਦਾ ਤਿਵੇਂ ਤਿਵੇਂ ਹੋਰ ਹੰਕਾਰੀ ਹੋਈ ਜਾਂਦਾ। ਦੂਜੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਮੈਂ ਤੇਰੇ ਤੋਂ ਉੱਚਾ, ਮੈਂ ਤੇਰੇ ਤੋਂ ਵੱਡਾ, ਮੈਂ ਤੇਰੇ ਤੋਂ ਸਿਆਣਾ, ਮੈਂ ਤੇਰੇ ਨਾਲ ਵਿਦਵਾਨ, ਮੈਂ ਤੇਰੇ ਨਾਲ ਵੱਡਾ ਧਰਮੀ। ਉਹੀ ਹੈ ਨਾ, ਜਿੰਨੇ ਕਰਮ ਜ਼ਿਆਦਾ ਕਰਦਾ ਉਹਨਾਂ ਜ਼ਿਆਦਾ ਧਰਮੀ ਬਣ ਜਾਂਦਾ। ਜਿੰਨੇ ਕਰਮ ਜ਼ਿਆਦਾ ਕਰਦਾ ਆਪਣੇ ਆਪ ਨੂੰ ਜ਼ਿਆਦਾ ਧਰਮੀ ਖਵਾਉਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਦੇਖੋ ਇਹ ਕਰਮਾਂ ਦੇ ਨਾਲ ਕਿ ਧਰਮ ਦੇ ਨਾਲ ਕਰਮ ਦੇ ਵਿੱਚੋਂ, ਕਰਮ ਕਾਂਡਾਂ ਵਿੱਚੋਂ ਧਰਮ ਪੈਦਾ ਨਹੀਂ ਹੁੰਦਾ। ਕਰਮ ਤਾਂ ਕਰਨਾ ਪਏਗਾ, ਪਰ ਕਰਮ ਵਿੱਚੋਂ ਧਰਮ ਦਾ ਜਨਮ ਹੋਣਾ ਬੜਾ ਜ਼ਰੂਰੀ ਹੈ। ਅਸੀਂ ਪਾਠ ਕਰਦੇ ਆ, ਕਰਨਾ ਪੈਣਾ, ਮੂੰਹ ਤੋਂ ਬੋਲਣਾ ਹੀ ਪੈਣਾ। ਜ਼ਬਾਨ ਬੋਲੇਗੀ, ਕੰਨ ਸੁਣਨਗੇ, ਰਸਨਾ ਤਾਂ ਗਾਇਆ ਜਾਏਗਾ, ਕੰਨਾਂ ਨਾਲ ਸੁਣਿਆ ਜਾਏਗਾ। ਫਿਰ ਗਾਏ ਹੋਏ ਸੁਣੇ ਤੇ ਭਰੋਸਾ ਬਣਨਾ ਜ਼ਰੂਰੀ ਹੈ। ਗਾਏ ਸੁਣੇ ਤੇ ਭਰੋਸਾ ਬਣਨਾ ਜ਼ਰੂਰੀ ਹੈ। ਜੇ ਕੇਵਲ ਕੰਨਾਂ ਨੂੰ ਸੁਣਨ ਤੇ ਗਾਉਣ ਤੱਕ ਹੀ ਸੀਮਤ ਰਹਿ ਗਏ, ਫਿਰ ਇਹ ਕਰਮ ਕਾਂਡ ਬਣ ਜਾਂਦਾ। ਫਿਰ ਅਸੀਂ ਰੋਜ਼ ਕਰਦੇ ਤਾਂ ਹਾਂ, ਰੋਜ਼ ਅਸੀਂ ਵੀ ਕਰਦੇ ਹਾਂ। ਮਾਫ ਕਰਨਾ, ਮੈਂ ਇਹਦੇ ਚ ਇਨਕਲੂਡਿੰਗ ਮਾਈ ਸੈਲਫ, ਮੈਂ ਵੀ ਤੁਹਾਡੇ ਵਾਂਗੂ ਸ਼ਾਮਲ ਹਾਂ। ਭਰੋਸਾ ਨਹੀਂ ਬਣਦਾ ਸਾਡਾ। ਜੋ ਅਸੀਂ ਕਰਮ ਕਰਦੇ ਹੋ ਤੇ ਸਾਡਾ ਭਰੋਸਾ ਨਹੀਂ ਬਣਿਆ, ਵਿਸ਼ਵਾਸ ਨਹੀਂ ਬਣਿਆ, ਉਹ ਸਮਝ ਵੀ ਨਹੀਂ ਆਇਆ। ਤੇ ਫਿਰ ਕਰਮਾਂ ਦੇ ਵਿੱਚੋਂ ਧਰਮ ਪੈਦਾ ਨਹੀਂ ਹੁੰਦਾ। ਜੇ ਇਕੱਲਾ ਕਰਮ ਕੀਤਾ ਜਾਵੇ ਤਾਂ ਉਹਨੂੰ ਕਹਿੰਦੇ ਕਰਮੀ ਸਹਿਜ ਨਾ ਉਪਜੇ, ਮੇਰੇ ਸਹਿਜੇ ਸਹਿਸਾ ਨਾ ਜਾਏ। ਉਹ ਗੁਰੂ ਨਾਨਕ ਸਾਹਿਬ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਕੀਤਾ। ਹੁਣ ਇਹ ਜਿਹੜਾ ਸ਼ਬਦ ਐਡਾ ਵੱਡਾ ਸਕਰੀਨ ਤੇ ਸ਼ੇਅਰ ਕੀਤਾ ਜਾ ਰਿਹਾ, ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਉਹ ਪਿਆਰੇ ਇਹਨੇ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਲੋ ਇਹ ਹੈ ਰਹਾਉ ਦੀ ਪੰਕਤੀ, ਦੋ ਰਹਾਉ ਨੇ ਸ਼ਬਦ ਵਿੱਚ। ਪਿਆਰੇ ਇਹਨੇ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਤੇ ਹੁਣ ਕੀ ਹੋਇਆ ਵੀ ਇਹਨਾਂ ਕਰਮਾਂ ਵਿੱਚੋਂ ਧਰਮ ਨਾ ਪੈਦਾ ਹੋਇਆ, ਸਗੋਂ ਹੰਕਾਰ ਨੇ ਜਨਮ ਲੈ ਲਿਆ। ਫਿਰ ਕਹਿੰਦੇ ਮੈਂ ਹੁਣ ਕੀ ਕੀਤਾ? ਹਾਰ ਪਰਿਓ ਸੁਆਮੀ ਕਹਿ ਦੁਆਰੇ, ਦੀਜੇ ਬੁੱਧ ਵਿਵੇਕਾ। ਹੁਣ ਮੈਂ ਮਾਲਕ ਦੇ ਦਰ ਤੇ ਆ ਕੇ ਡਿੱਗ ਪਿਆ ਹਾਂ, ਪਰ ਬੇਨਤੀ ਕਰ ਰਿਹਾ ਮੈਨੂੰ ਚੰਗੇ ਮਾੜੇ ਦੀ ਪਛਾਣ ਕਰਨ ਦੀ ਜਾਚ ਦੱਸ। ਹੁਣ ਕਰਮ ਕਾਂਡ ਹੁੰਦੇ ਕਦੋਂ ਨੇ? ਜਦੋਂ ਸਾਡੀ ਵਿਵੇਕ ਬੁੱਧ ਨੂੰ ਤਾਲਾ ਲੱਗ ਜਾਂਦਾ ਹੈ, ਲੌਕ ਕਰਕੇ ਰੱਖ ਦਿੰਦੇ ਆ, ਉਹਦੀ ਵਰਤੋਂ ਨਹੀਂ ਕਰਦੇ। ਹੁਣ ਕਰਮ ਕਾਂਡ ਅਕਾਲ ਪੁਰਖ ਕਰਨ ਲਈ ਨਹੀਂ ਕਹਿੰਦਾ, ਪਰਮਾਤਮਾ ਕਰਨ ਲਈ ਨਹੀਂ ਕਹਿੰਦਾ ਵੀ ਆ ਕਰਮ ਕਾਂਡ ਕਰੋ। ਗੁਰੂ ਦੀ ਮੱਤ ਬਾਰ-ਬਾਰ ਕਹਿ ਰਹੀ ਹੈ ਵੀ ਇਹ ਕਰਮ ਕਾਂਡ ਨਹੀਂ ਕਰਨੇ। ਤੇ ਜੇ ਅਸੀਂ ਕਰ ਰਹੇ ਤਾਂ ਮਤਲਬ ਅਸੀਂ ਵਿਵੇਕ ਬੁੱਧ ਨੂੰ ਲੌਕ ਕੀਤਾ ਹੋਇਆ। ਹੁਣ ਤਾਲੇ 'ਚ ਚੀਜ਼ ਰੱਖੀ ਹੈ ਤੇ ਫਿਰ ਦੱਸੋ ਉਹਦਾ ਹੱਲ ਕੀ ਹੈ? ਚਾਬੀ ਸਾਡੇ ਕੋਲ ਹੈ ਨਹੀਂ, ਕੀ ਸਾਡੇ ਕੋਲ ਹੈ ਨਹੀਂ, ਲੌਕ ਕਰਕੇ ਅਸੀਂ ਰੱਖ ਦਿੱਤੀ, ਖਜ਼ਾਨਾ ਅੰਦਰ ਪਿਆ। ਤੇ ਦੱਸੋ ਕਿਵੇਂ ਅਸੀਂ ਗੱਲ ਬਣੇਗੀ? ਧਰਮ ਦੀ ਦੁਨੀਆ ਬੜੀ ਨਿਰਾਲੀ ਹੈ। ਤੇ ਸਾਹਿਬ ਜੀ ਕਹਿੰਦੇ ਮੌਨ ਸਮਾਧੀਆਂ ਲਾ ਕੇ ਬੈਠ ਜਾਏ, ਬੰਦਾ ਨੰਗਾ ਹੋ ਕੇ ਜੰਗਲਾਂ 'ਚ ਤੁਰਦਾ ਫਿਰੇ, ਤੀਰਥਾਂ ਦੇ ਤੱਤਾਂ ਦੇ ਜਾ ਕੇ ਬੈਠ ਜਾਏ, ਕਿਨਾਰਿਆਂ ਤੇ ਜਾ ਕੇ ਬੈਠ ਜਾਏ, ਧਰਤੀ ਸਾਰੀ ਭਰਮਣ ਕਰ ਲਵੇ, ਪਰ ਇਹਨਾਂ ਕਰਮ ਕਾਂਡਾਂ ਨਾਲ ਵੀ ਦੁਬਿਧਾ ਨਹੀਂ ਖਤਮ ਹੁੰਦੀ। ਜਿੱਥੇ ਦੁਬਿਧਾ ਹੈ ਉੱਥੇ ਨਿਰੰਕਾਰ ਨਹੀਂ ਹੈ, ਸਗੋਂ ਹੰਕਾਰ ਹੈ। ਮਨ ਇੱਛਾ ਰੱਖ ਲੀਆਂ, ਮਨ 'ਚ ਇਛਾਵਾਂ ਰੱਖ ਲੀਆਂ, ਤੀਰਥਾਂ ਤੇ ਵਸ ਗਿਆ, ਜਾ ਕੇ ਸਾਰਾ ਕੋਈ ਦਾਨ ਕਰਕੇ ਕਹਿੰਦਾ ਮੈਂ ਆਰੇ ਨਾ ਚਲਾ ਦਿਆਂਗਾ ਆਪਣੇ ਆਪ ਨੂੰ। ਬਾਹਮਣ ਵੀ ਕਹਿੰਦਾ ਸੀ ਤੂੰ ਸਾਰਾ ਕੋਈ ਦਾਨ ਕਰਕੇ ਆਪਣੇ ਆਰੇ ਨਾਲ ਚਰਾ ਲੈ, ਤੇਰੀ ਮੁਕਤੀ ਹੋ ਜਾਏਗੀ। ਤੇ ਸਤਿਗੁਰੂ ਕਹਿੰਦੇ ਇਉਂ ਵੀ ਮਨ ਦੀ ਮੈਲ ਨਹੀਂ ਉਤਰਨੀ। ਜੇ ਲੱਖਾਂ ਵੀ ਇਦਾਂ ਦੀ ਲੱਖ ਵਾਰੀ ਵੀ ਆਪਣੇ ਆਪ ਨੂੰ ਚਰਾ ਲਵੇ ਤਾਂ ਵੀ ਮੈਲ ਨਹੀਂ ਉਤਰਨੀ। ਸਤਿਗੁਰੂ ਗੁਰੂ ਪਾਤਸ਼ਾਹ ਕਿੰਨਾ ਸਪਸ਼ਟ ਜਿਹੀਆਂ ਗੱਲਾਂ ਸਾਨੂੰ ਸਮਝਾਉਂਦੇ ਨੇ। ਫਿਰ ਮਹਾਰਾਜ ਹੋਏਗਾ ਕਿਵੇਂ? ਕਿਵੇਂ ਗੱਲ ਬਣੇਗੀ? ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਇਸੇ ਸ਼ਬਦ ਦੇ ਆਖਰ ਵਿੱਚ ਆ ਕੇ ਜਦ ਤੱਤ ਦੀ ਗੱਲ ਦੱਸਿਆ ਗੁਰੂ ਪਾਤਸ਼ਾਹ ਜੀ ਨੇ, ਇੰਨਾ ਕੁਝ ਦੱਸ ਕੇ ਇੰਨੇ ਕਰਮ ਕਾਂਡਾਂ ਦੀ ਲਿਸਟ ਸਾਡੇ ਸਾਹਮਣੇ ਰੱਖ ਕੇ ਕਹਿੰਦੇ ਨੇ ਫਿਰ ਅਸਲ ਕੀ ਹੈ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਿਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਤੇਰੋ ਸੇਵਕ ਇਹ ਰੰਗ ਰਾਤਾ। ਤੇਰਾ ਸੇਵਕ ਹੈ ਉਹ ਕਰਮ ਕਾਂਡ ਨਹੀਂ ਕਰਦਾ, ਉਹ ਕਰਮ ਕਾਂਡ ਦੇ ਵਿਸ਼ਵਾਸ ਨਹੀਂ ਕਰਦਾ। ਉਹ ਕੀ ਕਰਦਾ? ਤੇਰੀ ਸਿਫਤ ਸਲਾਹ ਦੇ ਵਿੱਚ ਉਹਦਾ ਮਨ ਰਚਿਆ ਰਹਿੰਦਾ ਹੈ। ਰਹਾਉ ਦੂਜੇ ਵਿੱਚ
ਪਹਿਲਾਂ ਸੀ ਪਿਆਰੇ ਇਨਵੇਂ ਤੇ ਮਿਲਣ ਨਾ ਜਾਈ, ਹੁਣ ਹੈ ਸਾਰਾ ਕੁਝ। ਇਹ ਗੱਲ ਹੈ ਹਰ ਕੀਰਤ ਸਾਧ ਸੰਗਤ ਹੈ। ਤੇ ਫਿਰ ਕੀ ਹੁੰਦੇ, ਤੇਰੋ ਸੇਵਕ ਇਹ ਰੰਗ ਰਾਤਾ, ਭਿਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਇਹ ਉਹਦੀ ਸਿਫਤ ਸਲਾਹ ਵਿੱਚ ਮਨ ਨੂੰ ਰੰਗਣਾ। ਤੇ ਸਾਹਿਬ ਜੀ ਕਹਿੰਦੇ ਅਸਲ ਵਿੱਚ ਇਹ ਧਰਮ ਦਾ ਢੰਗ ਨਹੀਂ ਹੈ ਕਰਮ ਕਾਂਡ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਈ ਹੇ ਪਾਂਡੇ, ਗੋਪਾਲ ਦਾ ਨਾਮ ਲੈ। ਕਰਮ ਕਾਂਡ ਕਰਨ ਦੇ ਨਾਲ ਹੰਕਾਰ ਤੋਂ ਖਲਾਸੀ ਨਹੀਂ ਹੋਣੀ। ਨਾਨਾ ਕਰਤ ਨਾ ਛੂਟੀਐ, ਬਿਨ ਗੁਣ ਜੰਪੁਰ ਜਾਹੇ। ਵੀ ਪ੍ਰਭੂ ਦੇ ਗੋਪਾਲ ਦੇ ਗੁਣ ਗਾਉਣ ਤੋਂ ਬਿਨਾ ਇਸ ਹੰਕਾਰ ਦੇ ਕਾਰਨ ਕਿੱਥੇ ਕਿ ਪੈਂਦਾ? ਕਿਹੜਾ ਚਾਹੀਦਾ? ਜੰਪੁਰੀ ਭਾਵ ਜਨਮ ਮਰਨ ਦਾ ਗੇੜ। ਨਰਕ, ਨਰਕ ਕੀ ਹੈ? ਜੰਮਣਾ ਮਰਨਾ। ਇਸ ਤੋਂ ਵੱਡਾ ਦੁੱਖ ਕਿਹੜਾ ਹੈ? ਇਨਸਾਨ ਨੂੰ ਜਨਮ ਦਾ ਵੀ ਦੁੱਖ ਬਹੁਤ ਹੈ, ਮਰਨ ਦਾ ਦੁੱਖ ਵੀ ਬੜਾ। ਕਹਿੰਦੇ ਨੇ ਜੇ ਹੰਕਾਰ ਦੇ ਵਿੱਚ ਹੀ ਫਸਿਆ ਰਿਹਾ ਤਾਂ ਗੱਲ ਨਹੀਂ ਬਣਨੀ। ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਪਾਂਡੇ, ਜੇ ਸੰਸਾਰ ਭਵਜਲ ਤੋਂ ਪਾਰ ਹੋਣਾ, ਹੋਰ ਕਰਮ ਕਾਂਡ ਲੋਕਾਂ ਨੂੰ ਖੁਸ਼ ਕਰਨ ਲਈ ਕੀਤੇ ਜਾ ਸਕਦੇ ਹਨ, ਪਰ ਨਿਰੰਕਾਰ ਨੂੰ ਤੇ ਕਰਤਾਰ ਨੂੰ ਤੇ ਗੁਰੂ ਨੂੰ ਖੁਸ਼ ਕਰਨ ਲਈ ਇਹ ਕੰਮ ਕਰਮ ਕਾਂਡ ਕੁਛ ਨਹੀਂ ਕਰ ਸਕਦੇ। ਉਹਦੇ ਲਈ ਤਾਂ ਗੁਰੂ ਦਾ ਹੁਕਮ ਮੰਨਣਾ ਪੈਣਾ, ਉੱਥੇ ਗੁਰੂ ਦੀ ਮਰਿਆਦਾ ਮੁਤਾਬਕ ਚੱਲਣਾ ਪੈਣਾ। ਇਹਨਾਂ ਦੇ ਨਾਲ ਖਲਾਸੀ ਨਹੀਂ ਹੋਣੀ, ਨਾ ਹੀ ਤੇਰਾ ਕੋਈ ਛੁਟਕਾਰਾ ਇਹਨਾਂ ਤੋਂ ਹੋਣਾ। ਗੁਰੂ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਵਿਚਾਰ ਕਰਦੇ ਹਾਂ, ਤੇ ਅਸੀਂ ਰੋਜ਼ ਸਵਈਏ ਪੜ੍ਹਦੇ ਹਾਂ। ਜਦੋਂ ਤਪ ਪ੍ਰਸਾਦ ਸਵਈਏ ਅਸੀਂ ਕਹਿੰਦੇ ਪਾਤਸ਼ਾਹੀ ਦਸਵੀਂ, ਉੱਥੇ ਵੀ ਗੁਰੂ ਪਾਤਸ਼ਾਹ ਨੇ ਬੜਾ ਕਟਾਜ ਕੀਤਾ। ਕਹਿੰਦੇ ਵਾਹ ਬਈ ਵਾਹ, ਅੱਖਾਂ ਮੀਟ ਕੇ ਬੈਠ ਗਿਆ ਜਿਵੇਂ ਬਗਲਾ ਬਹਿੰਦਾ। ਕਹਿੰਦੇ ਜਾ ਸਤੋਂ ਤੀਰਥਾਂ ਤੇ ਕੀ 7 ਸਮੁੰਦਰਾਂ 'ਚ ਵੀ ਜਾ ਕੇ ਨਹਾ ਲਾ, ਫਿਰ ਕੀ ਹੋਏਗਾ? ਲੋਕ ਵੀ ਗਿਆ ਤੇ ਪਰਲੋਕ ਵੀ ਗਿਆ, ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਕਹਿੰਦੇ ਸਾਰੀ ਜ਼ਿੰਦਗੀ ਤੇਰੀ ਏਦਾਂ ਹੀ ਬੀਤ ਜਾਏ, ਕਦੀ ਹੋਏਗਾ? ਪ੍ਰੇਮ ਤੋਂ ਬਿਨਾਂ ਗੱਡੀ ਨਹੀਂ ਚੱਲਣੀ, ਪ੍ਰੇਮ ਤੋਂ ਬਿਨਾਂ ਗੱਡੀ ਨਹੀਂ ਚੱਲਣੀ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕਹਿ, ਬੈਠ ਲਿਓ ਬਕ ਧਿਆਨ ਲਗਾਇਓ। ਹੁਣ ਬਗਲੇ ਦਾ ਕੀ ਹੈ? ਲੱਗਦਾ ਤਾਂ ਬੜਾ ਸ਼ਰੀਫ ਹੈ, ਚਿੱਟਾ ਰੰਗ ਹੈ, ਬੱਗਾ ਬੱਕੇ ਕੱਪੜੇ, ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਏ। ਉਹਦਾ ਸੁਭਾਅ ਕਿਹੋ ਜਿਹਾ? ਇਹੋ ਜਿਹਾ। ਨਹਾਤ ਫਿਰ ਕਹਿੰਦੇ ਨਹਾਤ ਫਿਰਿਓ ਲਈਏ 7 ਸਮੁੰਦਰਨ, ਲੋਕ ਗਿਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੋ ਲਿਓ ਸਭੈ, ਕੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਸੀ ਮਾਰਗ, ਪ੍ਰੇਮ ਦਾ ਮਾਰਗ ਸੀ। ਲੋਕ ਕਈ ਕਹਿੰਦੇ ਪੱਥਰਾਂ ਦੀ ਪੂਜਾ ਕਰਦਾ, ਸਿਰ ਤੇ ਪੱਥਰ ਹੀ ਰੱਖੀ ਫਿਰਦਾ। ਕੋਈ ਲਿੰਗ ਗਲੇ ਲਟਕਾ ਲਿਆ। ਗੁਰੂ ਕੇ ਪਿਆਰ ਵਾਲਿਓ, ਜੇ ਕਿਸੇ ਨੇ ਲਿੰਗ ਲਟਕਾ ਲਿਆ, ਅਸੀਂ ਗੁਰੂ ਦੀਆਂ ਮੂਰਤੀਆਂ ਲਟਕਾ ਲਈਆਂ। ਹੋਰ ਤਾਂ ਹੋਰ, ਅਸੀਂ ਤਾਂ ਆਪਣੀ ਕਿਰਪਾਨ ਨੂੰ ਵੀ ਸ਼ਸਤਰ ਦੀ ਥਾਂ ਤੇ ਗਲੇ 'ਚ ਧਾਗਾ ਪਾ ਕੇ ਟੰਗ ਦਿੱਤੀ। ਅਸੀਂ ਤਾਂ ਉਹਨੂੰ ਵੀ ਇੱਕ ਕਰਮਕਾਂਡ ਦੀ ਨਿਸ਼ਾਨੀ ਬਣਾ ਲਈ। ਗੁਰੂ ਦੀ ਮਰਿਆਦਾ 'ਚ ਸਪਸ਼ਟ ਗੱਲ ਹੈ ਵੀ ਕਿਰਪਾਨ ਗਾਤਰੇ ਵਿੱਚ ਹੋਣੀ ਚਾਹੀਦੀ ਹੈ। ਅਸੀਂ ਧਰਮ ਦੇ ਨਾਂ ਤੇ ਵੀ ਕਰਮ ਕਰ ਰਹੇ ਜੇ, ਅਸੀਂ ਤਾਂ ਬੜਾ ਧਰਮ ਪਾਲਦੇ ਹਾਂ, ਧਰਮ ਦੀ ਪਾਲਣਾ ਬੜੀ ਕਰਦੇ ਹਾਂ। ਜੇ ਕਿਸੇ ਨੇ ਲਿੰਗ ਲਟਕਾ ਲਿਆ ਜਾਂ ਸ਼ਿਵਲਿੰਗ ਲਟਕਾ ਲਿਆ, ਤੇ ਕਿਸੇ ਨੇ ਜੇ ਦੂਜੀ ਮੂਰਤੀ ਲਟਕਾ ਲਈ, ਉਹ 'ਚ ਕੀ ਫਰਕ ਹੈ? ਉਦੋਂ ਲੋਕੀ ਉਹ ਕਰਦੇ ਸਨ, ਅੱਜ ਸਿੱਖੇ ਕਰੀ ਜਾਂਦੇ ਨੇ। ਦੱਸੋ ਧਰਮ ਕਿੱਥੇ ਹੈ? ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮੈਂ, ਕੋ ਪਿਛਾਂ ਕੋ ਸੀਸ ਨਿਵਾਇਓ। ਕੋਈ ਦੱਖਣ ਜੀ ਸਮਝੀ ਜਾਂਦਾ ਵੀ ਉੱਥੇ ਜਨਮ ਹੋਇਆ ਸੀ ਕ੍ਰਿਸ਼ਨ ਦਾ, ਉਧਰ ਹੀ ਰੱਬ ਵਸਦਾ, ਤੇ ਕੋਈ ਕਹਿੰਦਾ ਨਹੀਂ ਮੱਕੇ ਮਦੀਨੇ 'ਚ ਹੀ ਵਸਦਾ। ਰੱਬ ਦਾ ਵਾਸਾ ਹਰ ਜਗ੍ਹਾ ਤੇ ਹੈ, ਨਿਰੰਕਾਰ ਤਾਂ ਹਰ ਥਾਂ ਤੇ ਹੈ। ਕਉ ਬੁਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਣ ਧਾਇਓ।
कूर किरया उर्जो सब ही जग श्री भगवान को भेद ना पायो। दसो कर ली गल, हो गया पल, भगवान मिल गया। चले सी भगवान नूं लभण लई, ये कर्म कांड करके ते साहब जी तो कहते श्री भगवान को भेद ना पायो, पता ही नहीं लगा, ਉਹਦੀ ਤਾਂ ਭੇਦ ਮਿਲਿਆ ਹੀ ਨਾ, ਸਮਝ ਹੀ ਨਾ ਆਈ। ਕਿੰਨੇ ਕਰਮ ਕਾਂਡ ਅਸੀਂ ਕੀਤੇ, ਜਿੰਨੇ ਕਰਮ ਕਾਂਡ ਕੀਤੇ ਉਹਨਾਂ ਹੰਕਾਰ ਵਧਿਆ। ਜੇਤੇ ਯਤਨ ਕਰਤ ਤੇ ਡੂਬੇ। ਦੇਖੋ ਕਿੰਨੇ ਗੁਰੂ ਪਾਤਸ਼ਾਹ ਦਾ ਗੋੜੀ ਰਾਗ ਚ ਬਚਨ ਆਉਂਦਾ, ਭਗਤ ਕਬੀਰ ਜੀ ਦਾ ਬਚਨ ਆਉਂਦਾ, ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। जिन्ने ये जतन ने, जिन्ने ये कर्म कांड ने, सारे करदे करदे डुब जाएगा। फिर कहते कर्म धर्म करते वो संजम, अहंग बुद्ध मन जा रहे हो रे। हंकार, मन सड़ गया अंदरों हंकार नाल। जिन्ने भी कर्म कीते ये तो हंकार दा जन्म हो गया। इहो ही गल गुरु नानक साहब जी कहते हैं भी हे पांडे गोपाल का नाम जप, गड्डी नहीं चलनी उदा। ये कर्म तो तेरे हंकार नूं होर वाधा करते ने। नाना करत ना छूटिए, बिन गुण जामपुर जाहे, ना तिस ए ना ओ है, अवगुण फिर पछताए। ना तिस ए दा मतलब ए लोक, ओ परलोक, ਜਿਹਨੂੰ ਕਹਿੰਦੇ ਲੋਕ ਗਿਓ ਪਰਲੋਕ ਗਵਾਇਓ। ਆਪਾਂ ਹੁਣੇ ਪੜ੍ਹ ਕੇ ਹਟਿਆ ਸੋਈ ਆ ਵੀ ਹਾਥ ਫਰਿਓ ਲਈ ਸਾਤ ਸਮੁੰਦਰ, ਲੋਕ ਗਿਓ ਪਰਲੋਕ ਗਵਾਇਓ। ਵੀ ਕਰਮ ਕਾਂਡਾਂ ਦੇ ਵਿੱਚ ਫਸ ਕੇ ਬੰਦੇ ਨੇ ਇਸ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਕਰਮ ਕਾਂਡ ਕੀਤੇ ਤੇ ਕਰਮ ਕਾਂਡਾਂ ਵਿੱਚ ਫਸ ਕੇ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਕਰਮ ਕਾਂਡਾਂ ਦਾ ਆਸਰਾ ਲੈਣ ਦੇ ਨਾਲ ਨਾ ਉਹਨੂੰ ਲੋਕ ਮਿਲਿਆ ਤੇ ਨਾ ਹੀ ਪਰਲੋਕ ਮਿਲਿਆ। ਭਾਵ ਨਾ ਉਹਨੇ ਦੁਨੀਆ ਸਵਾਰੀ ਤੇ ਨਾ ਹੀ ਉਹਨੇ ਅੱਗੇ ਨਿਕਾਰ ਦੇ ਘਰ ਲਈ ਕੁਝ ਇਕੱਠਾ ਕੀਤਾ। ਇਹ ਕਰਮ ਕਾਂਡਾਂ ਦੇ ਔਗੜਾਂ ਦੇ ਵਿੱਚ ਫਸੇ ਹੋਣ ਕਰਕੇ ਫਿਰ ਕੀ ਹੋਇਆ, ਅੰਤ ਵੇਲੇ ਪਛਤਾਉਣਾ ਹੀ ਪੈ ਗਿਆ। ਹੁਣ ਪਛਤਾਏਗਾ ਹੋਏਗਾ ਕਿ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਹੁਣ ਤਾਂ ਇਹ ਇੱਥੇ ਗੱਲ ਜਦੋਂ ਆਉਣੀ ਹੈ। ਫਿਰ ਆਮ ਪੰਜਾਬੀ ਦੀ ਕਹਾਵਤ ਪੜ੍ਹਦੇ ਸੀ ਵੀ ਹੁਣ ਪਛਤਾਉਣਾ ਕਿ ਹੁਣ ਜੋ ਚਿੜੀਆਂ ਖੇਤ ਚੁੱਕ ਕੇ ਲੈ ਗਈ। ਜ਼ਿਮੀਦਾਰ ਨੇ ਫਸਲ ਦੇ ਬੀਜੀ, ਬੀਜ ਬੀਜਿਆ ਇਹ ਆਸ ਰੱਖ ਕੇ ਕਿ ਬੀਜ ਉੱਗੇਗਾ, ਪਰ ਜਦੋਂ ਬੀਜ ਬੀਜਿਆ ਪਿੱਛੋਂ ਪੰਛੀਆਂ ਨੇ ਆ ਕੇ ਬੀਜ ਹੀ ਸਾਰਾ ਚੁਗ ਲਿਆ। ਇਹ ਕਰਮ ਕਾਂਡ ਤਾਂ ਪੰਛੀਆਂ ਵਰਗੇ ਨੇ ਜਿਨ੍ਹਾਂ ਦੇ ਆਸਰੇ ਤੇ ਅਸੀਂ ਇਹ ਫਸਲਾਂ ਦੀ ਆਸ ਰੱਖਦੇ ਹਾਂ। ਦੇਖੋ ਗੁਰੂ ਪਾਤਸ਼ਾਹ ਜੀ ਨੇ ਕੋਈ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਕਹਿੰਦੇ ਦੀਨ ਵੀ ਗਵਾ ਲਿਆ ਤੇ ਦੁਨੀਆ ਵੀ ਗਵਾ ਲਈ, ਦੋਨੇ ਚੀਜ਼ਾਂ ਹੀ ਗਵਾ ਲਈਆਂ। ਨਾ ਦੁਨੀਆ ਨੇ ਨਾਲ ਜਾਣਾ ਸੀ, ਕਰਮ ਕਾਂਡ ਕੀਤੇ ਲੋਕਾਂ ਨੂੰ ਖੁਸ਼ ਕਰਨ ਦੇ ਲਈ। ਭਗਤ ਕਬੀਰ ਜੀ ਨੇ ਜਿਹੜੇ ਸ਼ਲੋਕ ਲਿਖੇ ਉਹਦੇ ਵਿੱਚ ਜਿਹੜਾ 13ਵਾਂ ਸ਼ਲੋਕ ਲਿਖਿਆ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਤੇ ਸੁੱਤੇ ਹੋਏ ਨੇ ਆਪਣੇ ਹੱਥਾਂ ਨਾਲ ਹੀ ਕੁਹਾੜਾ ਮਾਰ ਲਿਆ। ਲੋ ਵੀ ਜਿਹੜੇ ਰੁੱਖ ਤੇ ਬੈਠ ਜਾਈਏ, ਜਿਹੜੇ ਰੁੱਖ ਤੇ ਬੈਠ ਜਾਗੀ, ਜਿਹੜੇ ਬੰਦਾ ਜਿਸ ਰੁੱਖ ਤੇ ਬੈਠਾ ਤੇ ਉਹਨੂੰ ਵੱਢਣਾ ਸ਼ੁਰੂ ਕਰ ਦੇਵੇ ਤੇ ਫਿਰ ਕੀ ਹੋਏਗਾ ਜੀ? ਸਿਰ ਭਾਰੀ ਡਿੱਗਣਾ, ਉਹ ਤਾਂ ਛਾਂ ਤਾਂ ਨਹੀਂ ਮੰਨ ਸਕੇਗਾ। ਅਸੀਂ ਧਰਮ ਦੇ ਜਿਸ ਧਰਮ ਦੀਆਂ ਗੱਲਾਂ ਕਰਦੇ ਹਾਂ, ਜੇ ਉਸ ਧਰਮ ਦੇ ਸਿਧਾਂਤਾਂ ਨੂੰ ਵੀ ਵੱਢਣਾ ਸ਼ੁਰੂ ਕਰ ਦਈਏ, ਟੁੱਕਣਾ ਸ਼ੁਰੂ ਕਰ ਦਈਏ ਤੇ ਫਿਰ ਕੀ ਅਸੀਂ ਪਹੁੰਚ ਜਾਵਾਂਗੇ? ਨਹੀਂ, ਇਸ ਗਾਫਲ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਲਿਆ, ਆਪਣੇ ਹੱਥਾਂ ਨਾਲ ਆਪਣੇ ਜੀਵਨ ਦਾ ਮਾਰਗ ਜਿਹੜਾ ਸੀ ਉਹਨੂੰ ਵੱਢ ਲਿਆ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਹੰਕਾਰ ਕੀਤਾ ਦੁਨੀਆ ਦੇ ਲਈ। ਬੜਾ ਭਗਤ ਜੀ ਨੇ ਜਿਹੜੇ ਸ਼ਲੋਕ ਲਿਖੇ, ਲੜੀ ਚੱਲ ਰਹੀ ਹੈ ਨਾ ਸ਼ਲੋਕਾਂ ਦੀ, ਜਦੋਂ ਉਹਨਾਂ ਨੂੰ ਲੜੀ ਨੂੰ ਪੜ੍ਹ ਕੇ ਦੇਖੀਏ
ਸ਼ਲੋਕ ਨੰਬਰ 11, 12, 13 ਜਦੋਂ ਪੜ੍ਹਦੇ ਆ ਨਾ, ਉਹਨਾਂ ਦੇ ਭਾਵ ਅਰਥ ਏਦਾਂ ਹੀ ਮਿਲਦੇ ਜੁਲਦੇ ਨੇ। ਕਹਿੰਦੇ ਇਸ ਹੰਕਾਰੀ ਜਿਹੜੇ ਨੇ ਬਾਂਸ ਵਰਗੇ ਨੇ, ਕਹਿੰਦੇ ਬਾਂਸ ਵਰਗੇ ਨਾ ਬਣਿਓ। ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਨੇ ਸੁਗੰਧੀ ਨਹੀਂ ਲਈ, ਸਗੋਂ ਅੱਗ ਹੀ ਅੰਦਰ ਖਿੰਡਾ ਤੇ ਅੱਗ ਨਿਕਲਦੀ ਹੈ। ਬਾਂਸ ਵਰਗੇ ਨਾ ਬੰਦਾ, ਹੰਕਾਰੀ ਦੇ ਨੇੜੇ ਹੋ ਕੇ ਹੰਕਾਰੀ ਨਾ ਬਣ ਜਾਣਾ। ਹੰਕਾਰੀ ਕਦੀ ਵੀ ਗੁਣ ਧਾਰਨ ਕਰਨ ਦੀ ਸੋਚਦਾ ਹੀ ਨਹੀਂ, ਆਪਣੇ ਕਰਮ ਕਾਂਡਾਂ ਦੇ ਹੰਕਾਰ ਵਿੱਚ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਂਦਾ ਹੈ। ਤੇ ਸ਼ਲੋਕ 12 ਦੇ ਵਿੱਚ ਜਿਹੜੀ ਗੱਲ ਕਰਦੇ ਭਗਤ ਜੀ, ਕਹਿੰਦੇ ਨੇ ਕਬੀਰ ਬਾਂਸ ਬੜਾਈ ਬੁੱਢਿਆ, ਕਬੀਰ ਬਾਂਸ ਬੜਾਈ ਬੁੱਢਿਆ, ਇਉ ਮਤ ਡੁੱਬੋ ਕੋਏ, ਚੰਦਨ ਕੈ ਨਿਕਟੇ ਵਸੇ, ਬਾਂਸ ਸੁਗੰਧ ਨਾ ਹੋਏ। ਦੱਸੋ ਹੁਣ ਇੱਥੇ ਧਰਮ ਹੈ? ਸੁਗੰਧ ਧਰਮ ਹੈ? ਰਹਿੰਦਾ ਚੰਦਰ ਗੁਰੂ ਦੇ ਰਹਿੰਦਾ, ਗੁਰੂ ਦੇ ਨਾਂ ਤੇ ਸਾਰੇ ਕੰਮ ਕਰਦਾ ਤੇ ਧਰਮ ਦੇ ਨਾਂ ਤੇ ਕਰਮ ਕਾਂਡ ਕਮਾਉਂਦਾ ਹੈ, ਤੇ ਦੱਸੋ ਉਹਦੀ ਸੁਗੰਧੀ ਆ ਜਾਏਗੀ? ਇਹ ਤਾਂ ਬਾਂਸ ਵਰਗਾ, ਬਾਂਸ ਦੇ ਵਿੱਚੋਂ ਸੁਗੰਧੀ ਨਹੀਂ ਆਉਣੀ, ਨਾ ਹੀ ਗੱਲ ਜਿਹੜੀ ਬਣਨੀ ਹੈ। ਤੋ ਇਹ ਜਿਹੜੀ ਗੱਲ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਂਡੇ ਨੂੰ ਸਮਝਾ ਰਹੇ ਨੇ, ਇਹ ਸਾਡੇ ਲਈ ਹੈ। ਪਰ ਨਾਲ ਜਿਹੜਾ ਸ਼ਲੋਕ 11ਵਾਂ ਭਗਤ ਜੀ ਨੇ ਲਿਖਿਆ ਉਹ ਵੀ ਬੜਾ ਕਮਾਲ ਦਾ ਹੈ। ਕਹਿੰਦੇ ਚੰਦਨ ਦਾ ਬੂਟਾ ਬੜਾ ਛੋਟਾ ਜਿਹਾ ਹੁੰਦਾ ਹੈ। ਕਿੰਨਾ ਕੁ ਹੁੰਦਾ ਹੈ? ਚੰਦਨ ਦੇ ਬੂਟੇ ਨੂੰ ਬਹੁਤ ਛੋਟਾ ਜਿਹਾ ਗਿਣਿਆ ਜਾਂਦਾ, ਬਹੁਤ ਛੋਟਾ ਹੁੰਦਾ ਹੈ। ਤੇ ਕਹਿੰਦੇ ਨੇ ਚੰਦਨ ਦੇ ਬੂਟੇ ਨੂੰ ਇਹ ਹੀ ਚੰਗਾ, ਛੋਟਾ ਜਿਹਾ ਬੂਟਾ ਹੀ ਚੰਗਾ ਹੈ ਐਡੇ ਬਾਂਸ ਦੇ ਲੰਬੇ ਬੂਟੇ ਨਾਲੋਂ। ਉਹ ਦੇਖੋ ਉਹਦੇ ਨਾਲ ਕਹਿੰਦੇ ਝਾੜੀਆਂ ਨੇ, ਢਾਕ ਪਲਾਸ ਦੇ ਦਰਖਤਾਂ ਦੇ ਵਿੱਚੋਂ ਘਿਰਿਆ ਹੋਇਆ ਹੁੰਦਾ। ਪਰ ਚੰਦਨ ਛੋਟਾ ਹੁੰਦਿਆਂ ਹੋਇਆਂ ਵੀ, ਵੱਡੇ ਵੱਡੇ ਦਰਖਤਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਵੀ, ਜਿਹੜਾ ਉਹਦੇ ਕੋਲ ਆਉਂਦਾ ਉਹਨੂੰ ਵੀ ਚੰਦਨ ਕਰ ਦਿੰਦਾ, ਖੁਸ਼ਬੂ ਦੇ ਦਿੰਦਾ। ਗੁਰਮੁਖ ਇਹ ਹੈ, ਇਹ ਸੁਭਾਅ ਹੈ ਗੁਰਮੁਖ ਦਾ। ਪਰ ਬਾਂਸ ਇੱਕ ਐਸਾ ਹੰਕਾਰੀ ਹੈ ਜਿਹੜਾ ਚੰਦਨ ਦੇ ਕੋਲ ਰਹਿ ਕੇ ਵੀ ਸੁਗੰਧੀ ਨਹੀਂ ਲੈਂਦਾ। ਤਾਂ ਹੰਕਾਰੀ ਮਨੁੱਖ ਜਿਹੜੇ ਨੇ ਉਹ ਗੱਲ ਨਹੀਂ ਬਣਨੀ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਬਾਸ। ਜਿਹੜੇ ਚੰਦਨ ਦੇ ਨਾਲ ਵਸਦੇ ਨੇ। 11, 12, 13 ਇਹ ਸ਼ਲੋਕ ਦੇਖੋ ਤੁਸੀਂ ਪੜ੍ਹ ਕੇ, ਕਦੀ ਲੜੀ ਚਲਾ ਕੇ ਦੇਖੋ, ਅੰਦਰ ਘੁਮਾਓ, ਮਨ ਚ ਕਦੀ ਘੁਮਾ ਕੇ ਦੇਖੋ, ਇੱਕ ਖਿਆਲ ਕਿਵੇਂ ਆਨੰਦ ਆਉਂਦਾ ਹੈ ਬਾਣੀ ਪੜ੍ਹਨ ਦਾ। ਕਬੀਰ ਜੀ ਦੇ ਸ਼ਲੋਕ ਬੜੀਆਂ ਰਮਜਾਂ ਤੇ ਬੜੀਆਂ ਗੁਜ਼ਲਾਂ ਰੱਖਦੇ ਨੇ ਆਪਣੇ ਵਿੱਚ, ਤੇ ਸਮਝ ਕੇ ਆਨੰਦ ਵੀ ਬੜਾ ਆਉਂਦਾ ਜਦੋਂ ਸਮਝ ਆਉਂਦੀ ਹੈ। ਤਾਂ ਕਿਤੇ ਇਹੋ ਜਿਹੀ ਜ਼ਿੰਦਗੀ ਸਾਡੀ ਬਣੇਗੀ, ਉਸ 52 ਚੰਦਨ ਵਾਂਗੂ ਅਸੀਂ ਵੀ ਹੋ ਜਾਾਂਗੇ। 52 52 ਉਂਗਲਾਂ ਦਾ ਕਹਿੰਦੇ ਨੇ, 52 52 ਉਂਗਲ ਜਿੰਨਾ ਉੱਚਾ ਬੂਟਾ ਹੁੰਦਾ ਇਹਦਾ, ਜਿਹੜਾ ਚੰਦਨ ਦਾ ਹੁੰਦਾ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਇਹਦੇ ਬਾਰੇ ਜ਼ਿਕਰ ਕੀਤਾ ਵੀ ਬੜਾ ਛੋਟਾ ਜਿਹਾ ਹੁੰਦਾ, 52 ਉਂਗਲਾਂ ਤੱਕ ਕਹਿੰਦੇ ਦੀ ਲੰਬਾਈ ਜਿਹੜੀ ਗਿਣੀ ਜਾਂਦੀ ਹੈ, ਤੇ ਇੰਨਾ ਕੁ ਬੂਟਾ ਹੀ ਸਾਰੇ ਸੁਗੰਧੀ ਖਿਲਾ ਦਿੰਦਾ ਹੈ। ਇਹ ਦੂਜਾ ਪਾਸਾ ਹੈ। ਤੇ ਦੂਜੇ ਪਾਸੇ ਬਾਂਸ ਦੀ ਗੱਲ ਹੈ। ਤਾਂ ਕਰਮ ਕਾਂਡ ਬਾਂਸ ਸਾਨੂੰ ਬਾਂਸ ਵੱਲ ਲੈ ਕੇ ਜਾਂਦੇ ਨੇ। ਸਾਹਿਬ ਜੀ ਕਹਿੰਦੇ ਨਾ ਤਿਸ ਇਹ ਨਾ ਉਹ ਹੈ, ਅਵਗੁਣ ਫਿਰ ਪਛਤਾਏ। ਲੋ ਜੀ ਅਖੀਰ ਤੇ ਪਛਤਾਵਾ ਹੀ ਰਹਿ ਜਾਂਦਾ। ਇਹਨਾਂ ਔਗਣਾਂ ਦੇ ਕਰਕੇ ਅੰਤ ਪਛਤਾਉਣਾ ਹੀ ਹੈ। ਫਿਰ ਕਹਿੰਦੇ ਨੇ ਨਾ ਤਿਸ ਗਿਆਨ ਨਾ ਧਿਆਨ ਹੈ। ਲੋ ਜੀ ਅਸੀਂ ਕਹਿੰਦੇ ਅਸੀਂ ਬੜੇ ਪਾਠ ਕਰਾਤੇ, ਅਸੀਂ ਬੜੇ ਤੀਰਥਾਂ ਤੇ ਨਹਾ ਲਿਆ, ਅਸੀਂ ਬੜੇ ਤੀਰਥ ਇਸ਼ਨਾਨ ਕਰ ਲਏ, ਅਸੀਂ ਬੜੇ ਪੂਜਾ ਕਰਾਤੀ, ਤੇ ਗੁਰੂ ਸਾਹਿਬ ਤਾਂ ਕਹਿੰਦੇ ਨਾ ਤਿਸ ਗਿਆਨ ਨਾ ਧਿਆਨ ਹੈ। ਧਿਆਨ ਦਾ ਅਰਥ ਦਾ ਉੱਚੀ ਸੁਰਤ, ਕਹਿੰਦੇ ਧਿਆਨ ਲਾ ਕੇ ਉੱਚੀ ਸੁਰਤ ਕਰ। ਗਿਆਨ ਗਿਆਨ ਹੀ ਹੈ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ। ਲੋ ਜੀ ਕਹਿੰਦੇ ਇੱਥੇ ਮਨੁੱਖ ਨੂੰ ਨਾ ਗੋਪਾਲ ਨਾਲ ਡੂੰਘੀ ਸਾਂਝ ਬਣਦੀ ਹੈ, ਤੇ ਨਾ ਹੀ ਉੱਚੀ ਸੁਰਤ ਹੁੰਦੀ ਹੈ, ਤੇ ਨਾ ਹੀ ਧਰਮ ਪੈਦਾ ਹੁੰਦਾ ਹੈ। ਲੋਕ ਕੀਤੇ ਤਾਂ ਕੰਮ ਧਰਮ ਦੇ ਨਾਂ ਤੇ ਸੀ। ਇਹ ਧਰਮ ਤਾਂ ਹੁਣ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਇਹ ਚੋਂ ਪੈਦਾ ਨਹੀਂ ਹੋਣਾ। ਧਰਮ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਇਹ ਚੋਂ ਪੈਦਾ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਦੇਖੋ ਨਾ ਤਿਸ ਗਿਆਨ ਨਾ ਧਿਆਨ ਹੈ,
ਨਾ ਉਹਦੀ ਉੱਚੀ ਸੁਰਤ ਹੈ, ਨਾ ਉਹਨੂੰ ਗਿਆਨ ਹੋਇਆ, ਨਾ ਉਹਦੇ ਵਿੱਚ ਧਰਮ ਆਇਆ, ਤੇ ਨਾ ਹੀ ਉਹਦਾ ਉੱਚੀ ਸੁਰਤ ਬਣੀ, ਨਾ ਧਿਆਨ ਜੁੜਿਆ। ਭਾਵ ਉੱਚੀ ਸੁਰਤ ਨਹੀਂ ਬਣੀ, ਉੱਚਾ ਵਿਚਾਰ ਹੀ ਨਹੀਂ ਬਣਿਆ, ਉਹਦਾ ਸੋਚ ਹੀ ਗਲਤ ਹੋ ਗਈ। ਇਹ ਕਰਮ ਕਾਂਡ ਦੀ ਸੋਚ ਹੈ ਨਾ, ਧਰਮ ਕਿੱਥੋਂ ਪੈਦਾ ਹੋਣਾ ਸੀ? ਫਿਰ ਇਹਨੂੰ ਮਕੈਨੀਕਲ ਰੈਪੀਟੇਸ਼ਨ ਕਹਿੰਦੇ ਨੇ। ਇਹਨੂੰ ਬਾਰ-ਬਾਰ ਧਰਮ ਦੇ ਨਾਂ ਤੇ ਕੀਤੇ ਹੋਏ ਕੰਮਾਂ ਨੂੰ, ਧਰਮ ਦਾ ਜਨਮ ਨਾ ਹੋਵੇ ਤਾਂ ਉਹਨੂੰ ਮਕੈਨੀਕਲ ਰੈਪੀਟੇਸ਼ਨ ਕਿਹਾ ਜਾਂਦਾ। ਇਸੇ ਵਾਸਤੇ ਕਈ ਵਾਰੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਵੀ ਪਾਠ ਸਮਝ ਕੇ ਕਰੀਏ, ਬਾਣੀ ਪੜ੍ਹੀਏ, ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਗੱਲਾਂ ਨਾ ਕਰੀਏ, ਇਸ ਵਾਹਿਗੁਰੂ ਦੇ ਗੁਣਾਂ ਦੇ ਬਾਰੇ ਵੀ ਅੰਦਰ ਸਾਡੇ ਖਿਆਲ ਪੈਦਾ ਹੋਵੇ, ਤੇ ਕੁਝ ਵਿਚਾਰ ਕਹਿੰਦੇ ਲੋ ਜੀ ਇਹ ਤਾਂ ਸਿਮਰਨ ਨਹੀਂ ਕਰਨ ਦਿੰਦੇ। ਕੌਣ ਕਹਿੰਦਾ ਸਿਮਰਨ ਨਾ ਕਰੋ? ਕੌਣ ਆਖਦਾ ਵਾਹਿਗੁਰੂ ਨਾ ਕਹੋ? ਵਾਹਿਗੁਰੂ ਕਹੋ, ਪਰ ਗੁਣ ਕਹਿ ਗੁਣੀ ਸਮਾਵਨਿਆਂ ਤੱਕ ਪਹੁੰਚੋ। ਵਾਹਿਗੁਰੂ ਕਹਿ ਕੇ ਵਾਹਿਗੁਰੂ ਬੇਅੰਤ ਬੇਅੰਤ ਉਹਦੇ ਵਿਸਮਾਦ ਵਿੱਚ ਮਨ ਚਲਾ ਜਾਏ। ਇੱਕ ਗੁਣ ਵਾਹਿਗੁਰੂ ਕਹੀਏ, ਉਹਦੇ ਗੁਣ ਅੱਖਾਂ ਦੇ ਅੱਗੇ ਘੁੰਮਣੇ ਸ਼ੁਰੂ ਹੋ ਜਾਣ। ਵਾਹਿਗੁਰੂ ਦਾ ਮਤਲਬ ਕੀ ਹੈ? ਗੁਰੂ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਵਿਆਹ ਹੈ, ਵਾਹ ਹੈ। ਕਦੀ ਆਇਆ ਖਿਆਲ ਮਨ ਦੇ ਵਿੱਚ? ਜਦ ਸਿਰਫ ਵਾਹਿਗੁਰੂ 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 ਕਰਕੇ ਗੱਲ ਬਣ ਜਾਏਗੀ। ਉਸਦੀ ਬੇਅੰਤਤਾ ਦਾ ਦਿਮਾਗ ਸਾਡੇ ਅੰਦਰ ਨਕਸ਼ਾ ਆ ਜਾਣਾ ਚਾਹੀਦਾ ਹੈ, ਅੱਖਾਂ ਦੇ ਸਾਹਮਣੇ ਨਕਸ਼ਾ ਘੁੰਮਣਾ ਚਾਹੀਦਾ ਹੈ ਉਹਦੇ ਬੇਅੰਤਤਾ ਦਾ। ਦੇਖੋ ਕਿੰਨਾ ਸਵਾਦ ਆਉਂਦਾ ਫਿਰ ਵਾਹਿਗੁਰੂ ਕਹਿਣ ਵਿੱਚ ਵੀ। ਜੇ ਕੇਵਲ ਜ਼ਬਾਨ ਹੀ ਬੋਲਦੀ ਹੈ, ਧਿਆਨ ਹੀ ਨਾ ਨਹੀਂ ਕੀਤਾ, ਧਿਆਨ ਜੁੜਿਆ ਹੀ ਨਹੀਂ, ਫਿਰ ਗੁਰੂ ਪਾਤਸ਼ਾਹ ਕਹਿੰਦੇ ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ, ਬਿਨ ਨਾਮ ਹੈ ਨਿਰਭਉ ਕਹਾਂ, ਕਿਆ ਜਾਣਾ ਅਭਿਮਾਨ। ਵਾਹਿਗੁਰੂ ਜੀ। ਗੁਰੂ ਪਾਤਸ਼ਾਹ ਕਹਿੰਦੇ ਵੀ ਨਾਮ ਤੋਂ ਬਿਨਾਂ ਹੈ ਪਾਂਡੇ, ਇਸ ਹੰਕਾਰ ਦੇ ਕਾਰਨ ਨਾਮ ਤੋਂ ਬਿਨਾਂ ਸਖਣਾ ਰਹਿ ਗਿਆ, ਤੇ ਫਿਰ ਨਿਰਭਉ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਿਰਭਉ ਕਹਾਂ ਦਾ ਮਤਲਬ ਕਿੱਥੇ ਨਿਰਭਉ, ਕਿੱਥੇ ਪ੍ਰਾਪਤੀ ਹੋਏਗੀ? ਕਿੱਥੇ ਪ੍ਰਾਪਤੀ ਹੋਏਗੀ? ਨਿਰਭਉ ਕਹਾਂ, ਕਹਾਂ ਮਨਾ ਕਿੱਥੇ? ਸਾਨੂੰ ਸਵਾਲ ਕੀਤਾ ਨਾ, ਜਾਂ ਇਹ ਕਹਿ ਲਓ ਪੰਡਿਤ ਨੂੰ, ਪਾਂਡੇ ਨੂੰ ਪੁੱਛਿਆ ਹੋਏਗਾ ਦੱਸ ਬਈ ਤੂੰ ਸਭ ਦੱਸ ਦੇ, ਤੇ ਸਮਝਾਇਆ ਤਾਂ ਸਾਨੂੰ ਹੀ ਹੈ ਨਾ, ਦੱਸੋ ਬਈ ਇਹਨਾਂ ਕਰਮ ਕਰਨਾ ਤੇ ਰੱਬ ਕਿੱਥੇ ਹੈ? ਬਿਨ ਨਾਮੇ ਨਿਰਭਉ ਕਹਾਂ, ਇਹ ਤਾਂ ਭਾਈ ਨਿਰਭਉ ਸੰਗ ਤੁਮਾਰੇ ਬਸਤਾ, ਡਰਨ ਕਹਾਂ ਤੇ ਆਇਆ ਤੇ ਪਹੁੰਚਣਾ ਚਾਹੀਦਾ ਸੀ। ਨਿਰਭਉ ਜਪੇ ਸਗਲ ਭਉ ਮਿਟੇ ਤੇ ਪਹੁੰਚਣਾ ਚਾਹੀਦਾ ਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ ਹੋਣਾ ਚਾਹੀਦਾ ਸੀ, ਪਰ ਕੁਛ ਵੀ ਨਹੀਂ ਆਇਆ ਅੰਦਰ ਤਾਂ। ਇਹਦਾ ਮਤਲਬ ਦੱਸੋ ਜੀ। ਬਿਨ ਨਾਮ ਹੈ ਕਹਿੰਦੇ ਇਸ ਹਨੇਰੇ ਦੇ ਕਾਰਨ, ਇਸ ਹੰਕਾਰ ਦੇ ਕਾਰਨ ਹੈ ਪਾਂਡੇ, ਨਾਮ ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਆ ਜਾਣਾ ਅਭਿਮਾਨ, ਕਹਿੰਦੇ ਨੇ ਹੰਕਾਰ ਨੂੰ ਵੀ ਸਮਝਿਆ ਨਹੀਂ ਜਾਂਦਾ। ਹੰਕਾਰ ਅੰਦਰ ਟਿਕਿਆ ਹੋਇਆ ਹੈ, ਹੰਕਾਰ ਵਿੱਚ ਬੰਦਾ ਮਸਤ ਹੈ, ਹੰਕਾਰ ਦੀ ਕਾਠੀ ਸਾਡੇ ਉੱਤੇ ਪਈ ਹੋਈ ਹੈ, ਪਰ ਫਿਰ ਵੀ ਨਹੀਂ ਸਾਨੂੰ ਪਤਾ ਲੱਗਦਾ ਵੀ ਅਸੀਂ ਹੰਕਾਰੀ ਹੋ ਗਏ ਹਾਂ। ਐਸੀ ਸੂਖਸ਼ਮ ਚੀਜ਼ ਹੈ, ਐਸੀ ਸੂਖਸ਼ਮ ਚੀਜ਼ ਹੈ। ਕਰਮ ਧਰਮ ਕਰਦਿਆਂ ਵੀ ਹੰਕਾਰ ਹੈ, ਪਾਠ ਕਰਨ ਵਾਲਾ ਵੀ ਸਾਡਾ ਹੰਕਾਰ ਆ ਜਾਂਦਾ ਹੈ। ਲੋ ਜੀ ਮੇਰੇ ਵਰਗਾ ਕੌਣ ਹੈ ਜਿਹੜਾ ਰੋਜ਼ ਨਿਤਨੇਮ ਕਰ ਲੈਂਦਾ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸੰਭਾਲ ਮੈਂ ਕਰਦਾ, ਬਾਕੀ ਸਭ ਸੁੱਤੇ ਪਏ ਨੇ, ਇਹ ਵੀ ਤਾਂ ਹੰਕਾਰ ਹੈ। ਗੁਰੂ ਕਰਾ ਦਿੱਤਾ, ਗੁਰੂ ਨੇ ਤੈਨੂੰ ਉਠਾ ਦਿੱਤਾ, ਗੁਰੂ ਨੇ ਤੇਰੇ ਤੇ ਰਹਿਮਤ ਕਰ ਦਿੱਤੀ, ਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰਤੀ, ਗੁਰੂ ਨੇ ਤੈਨੂੰ ਬਾਣੀ ਨਾਲ ਜੋੜ ਦਿੱਤਾ, ਉਹਦਾ ਸ਼ੁਕਰਾਨਾ ਕਰ, ਨਾ ਕਿ ਆਪਣੇ ਕੀਤੇ ਦਾ ਹੰਕਾਰ ਕਰ। ਸ਼ੁਕਰਾਨਾ ਕਰ, ਚੁੱਕ ਉਹਦੇ ਗੁਰੂ ਦੇ ਅੱਗੇ, ਗੁਰੂ ਦੇ ਅੱਗੇ ਆਪਣਾ ਸੀਸ ਝੁਕਾ ਤੇ ਕਹਿ ਮਾਲਕਾ ਬੜੀ ਕਿਰਪਾ ਕੀਤੀ ਹੈ, ਤੂੰ ਅੱਜ ਇਹ ਸੇਵਾ ਲੈ ਲਈ ਹੈ। ਇਹ ਜ਼ਿੰਦਗੀ ਇਸ ਤਰ੍ਹਾਂ ਗੱਡੀ ਚੱਲਦੀ ਹੈ। ਸਾਹਿਬ ਜੀ ਕਹਿੰਦੇ ਕਿਆ ਜਾਣਾ ਅਭਿਮਾਨ, ਸਾਡੇ ਉੱਤੇ ਹੰਕਾਰ ਦੀ ਕਾਠੀ ਪਈ ਹੈ, ਇਹ ਵੀ ਸਮਝ ਨਹੀਂ ਆਉਂਦੀ। ਥਾਕ ਰਹੀ ਕਿਵ ਆਪਣਾ ਹਾਥ ਨਹੀਂ ਨਾ ਪਾਰ, ਥਾਕ ਰਹੀ ਥੱਕ ਗਏ। ਲੋ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਮੈਂ ਤਾਂ ਥੱਕ ਗਈ ਹਾਂ ਯਤਨ ਕਰ ਕਰਕੇ, ਕੀ ਕਿਵ ਆਪਣਾ ਹੁਣ ਉੱਥੇ ਪਹੁੰਚਾ ਕਿਵਾਂ? ਉਹਦਾ ਤਾਂ ਹਾਥ ਨਹੀਂ ਨਾ ਪਾਰ, ਉੱਥੇ ਹੱਥ ਵੀ ਨਹੀਂ ਪਹੁੰਚਦਾ, ਨਾ ਉਹਦਾ ਪਰਲਾ ਕਿਨਾਰਾ ਲੱਭਦਾ ਨਾ ਉਰਲਾ ਕਿਨਾਰਾ ਲੱਭਦਾ। ਸੰਸਾਰ ਇੱਕ ਐਸਾ ਸਮੁੰਦਰ ਹੈ ਜਿਹਦੀ ਡੂੰਘਾਈ ਦਾ ਪਰਲਾ ਤੇ ਉਰਲਾ ਕਿਨਾਰਾ ਨਹੀਂ ਲੱਭਦਾ। ਮੈਂ ਤਾਂ ਯਤਨ ਕਰ ਕਰਕੇ ਥੱਕ ਗਈ ਹਾਂ, ਪਰ ਮੈਂ ਅੰਤ ਨਹੀਂ ਪਾ ਸਕੀ, ਮੈਂ ਅੰਤ ਨਾ ਪਾ ਸਕੀ। ਫਿਰ ਨਾ ਸਾਜਨ ਕਹਿੰਦੇ ਹੁਣ ਮੈਨੂੰ ਕੋਈ
ਉਹਦੇ ਗੋਪਾਲ ਦੇ ਵਿੱਚ ਰੰਗਿਆ ਹੋਇਆ ਸੱਜਣ ਵੀ ਨਹੀਂ ਮਿਲਿਆ। ਮਿਲਣਾ ਕਿੱਥੋਂ ਸੀ, ਉਹਨੂੰ ਲੱਭਿਆ ਹੀ ਨਹੀਂ। ਨਾ ਸਾਜਨ ਸੇ ਰੰਗਲੇ, ਰੰਗੇ ਦਾ ਅਰਥ ਰੰਗੇ ਹੋਏ, ਉਹਦੇ ਨਾਮ ਵਿੱਚ ਜੁੜੇ ਹੋਏ। ਇਹੋ ਜਿਹਾ ਗੁਰਮੁਖ ਵੀ ਕੋਈ ਨਾ ਮਿਲਿਆ। ਕਿਸ ਪੈ ਕਰੀ ਪੁਕਾਰ ਕੇ, ਉਹਨੂੰ ਦੱਸਾਂ ਮੈਂ ਆਪਣਾ ਦੁੱਖ, ਕਿਹਦੇ ਅੱਗੇ ਦੁੱਖ ਰਵਾਂ, ਕਿਸ ਪੈ ਖੋਲੂ ਗੰਠੜੀ। ਜਿਹਦੇ ਖੋਲਦਾ ਉਹ ਅੱਗੋਂ ਦੁੱਖਾਂ ਦਾ ਭਰਿਆ ਹੋਇਆ ਆ ਜਾਂਦਾ, ਉਹ ਅੱਗੋਂ ਕਰਮ ਕਾਂਡੀ ਹੈ। ਜਿਹਦੇ ਕਿ ਮੈਂ ਆਪਣੀ ਦੁੱਖਾਂ ਦੀ ਪੰਡ ਖੁੱਲਣੀ ਹੈ, ਉਹ ਤਾਂ ਆਪ ਭਰਿਆ ਹੋਇਆ, ਦੁੱਖੀ ਭਰ ਆਇਆ। ਕਿਸ ਪੈ ਖੋਲੂ ਗੰਠੜੀ ਕਹਿੰਦੇ ਨੇ। ਫਿਰ ਮੈਂ ਦੱਸੋ ਅੰਦਰ ਦੀਆਂ ਗੱਲਾਂ ਕਿਹਦੇ ਨਾਲ ਸਾਂਝੀਆਂ ਕਰਾਂ, ਮੇਰੇ ਤਾਂ ਉਹਨਾਂ ਨਾਲ ਸਾਂਝ ਹੀ ਨਾ ਬਣ ਸਕੀ। ਹੰਕਾਰ ਦੇ ਕਾਰਨ ਤਾਂ ਮੇਰੀ ਗੁਰਮੁਖਾਂ ਨਾਲ ਵੀ ਸਾਂਝ ਨਾ ਬਣੀ, ਸਤ ਸੰਗਤ ਨਾਲ ਸਾਂਝ ਨਾ ਬਣੀ। ਮੈਂ ਤਾਂ ਆਪਣੇ ਅੰਦਰ ਕਰਮ ਕਾਂਡਾਂ ਦੀ ਕੰਧ ਬਣਾ ਕੇ ਖੜਾ ਹੋ ਗਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਕੀ ਹੋਇਆ, ਨਾਨਕ ਪ੍ਰਿਯ ਪ੍ਰਿਯ ਜੇ ਕਰੀ, ਮੇਲੇ ਮੇਲਨ ਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਹੇਤ ਅਪਾਰ। ਵਾਹ! ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਂਡੇ ਦੇਖ, ਉਸ ਪਿਆਰੇ ਨੂੰ ਯਾਦ ਕਰ, ਕਰਮ ਕਾਂਡਾਂ ਤੋਂ ਉੱਪਰ ਉੱਠ ਜਾ। ਪ੍ਰਿਯ ਪ੍ਰਿਯ ਜਿਵੇਂ ਬਬੀਹਾ ਬੋਲਦਾ ਨਾ, ਬੋਲੀ ਜਾਂਦਾ ਜਦ ਤੱਕ ਸ਼ਾਂਤੀ ਬੂੰਦ ਉਹਦੀ ਚੋਟੀ ਚ ਆ ਕੇ ਨਹੀਂ ਡਿੱਗਦੀ। ਕੋਈ ਬਬੀਹੇ ਨੂੰ ਕਹੇ, ਬਬੀਹਾ ਚੁੱਪ ਕਰ, ਸਾਹਮਣੇ ਤੇਰੇ ਪਾਣੀ ਦੀ ਨਦੀਆਂ ਚੱਲ ਰਹੀਆਂ, ਦਰਿਆ ਚੱਲ ਰਹੀਆਂ, ਆਪਣੀ ਪਿਆਸ ਉੱਥੋਂ ਮਿਟਾ ਲੈ। ਉਹ ਕਹਿੰਦਾ ਨਹੀਂ, ਇਹ ਤਾਂ ਕਰਮ ਕਾਂਡਾਂ ਦੀ ਨਦੀਆਂ ਦਰਿਆ ਚੱਲਦੇ ਨੇ, ਮੇਰੇ ਨਾਮ ਦੀ ਬੂੰਦ ਤਾਂ ਮੇਰੀ ਚੋਟੀ ਵਿੱਚ ਆ ਕੇ ਨਾਮ ਰੂਪੀ ਬੂੰਦ ਪੈਣੀ ਹੈ। ਇਹ ਗੁਰਸਿੱਖ ਬਬੀਹੇ ਦੇ ਵਿਚਾਰ ਇਹੋ ਜਿਹੇ ਹਨ, ਜਿਹੜੇ ਗੁਰੂ ਕਾ ਸਿੱਖ ਬਬੀਹਾ ਹੈ, ਪ੍ਰਿਯ ਪ੍ਰਿਯ ਕਰਦਾ ਹੈ। ਕਹਿੰਦੇ ਜੇ ਉਹਨੂੰ ਮੁੜ ਮੁੜ ਯਾਦ ਕਰੇ, ਪ੍ਰਿਯ ਪ੍ਰਿਯ ਦਾ ਮਤਲਬ ਬਾਰ ਬਾਰ ਯਾਦ ਕਰਨਾ, ਚਿੰਤਨ ਕਰਨਾ, ਬਾਰ ਬਾਰ, ਤਦ ਕਿ ਉਹ ਸਾਡੀ ਯਾਦ ਦਾ ਹਿੱਸਾ ਬਣਦਾ ਹੈ, ਸਾਡੀ ਯਾਦ ਦਾ ਹਿੱਸਾ ਬਣਦਾ ਹੈ। ਬਾਰ ਬਾਰ ਯਾਦ ਕਰਨਾ ਪੈਂਦਾ। ਨਾਨਕ ਹੈ ਨਾਨਕ ਕੀ ਪ੍ਰਿਯ ਪ੍ਰਿਯ ਜੇ ਕਰੀ, ਜੇ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰੀਏ। ਮੇਲੇ ਮੇਲਣਹਾਰ, ਉਹ ਸਮਰੱਥ ਹੈ, ਉਹ ਮੇਲਣ ਵਾਲਾ ਹੈ, ਮੇਲਣ ਯੋਗ ਹੈ, ਉਹ ਆਪੇ ਮਿਲਾ ਲੈਂਦਾ ਹੈ। ਗੱਲ ਤਾਂ ਸਿਰਫ ਆਪਣਾ ਤਨ ਮਨ ਧਨ ਦੇਣ ਦੀ ਹੈ, ਜੋ ਪਿਛਲੇ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਮਝਾਇਆ ਸੀ। ਬਈ ਉਹ ਤਨ ਮਨ ਧਨ ਦੀ ਕੁਰਬਾਨੀ ਮੰਗਦਾ ਹੈ, ਉਹ ਕਰਮ ਕਾਂਡਾਂ ਨਾਲ ਨਹੀਂ ਰਿਝਦਾ। ਤੂੰ ਉਹਦੇ ਅੱਗੇ ਆਪਣਾ ਸੀਸ ਭੇਟ ਕਰ ਤੇ ਉਹਨੂੰ ਪ੍ਰਿਯ 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 ਕਰ, ਉਹਨੂੰ ਬਾਰ ਬਾਰ ਯਾਦ ਕਰ, ਉਹਦਾ ਚਿੰਤਨ ਆਪਣੇ ਅੰਦਰ ਵਸਾ, ਫਿਰ ਕੀ ਹੋਏਗਾ, ਤੈਨੂੰ ਮੇਲ ਲਵੇਗਾ। ਕਹਿੰਦੇ ਨੇ ਜਿਨ ਵਿਛੋੜੀ, ਜਿਸ ਪ੍ਰਭੂ ਨੇ ਹੰਕਾਰ ਕਰਕੇ ਵਿਛੋੜੀ ਹੋਈ ਸੀ, ਜਦੋਂ ਤੂੰ ਪ੍ਰਿਯ ਪ੍ਰਿਯ ਕਰੇਗਾ, ਉਹਦੇ ਅੱਗੇ ਤਰਲੇ ਕਰੇਗਾ, ਤੇ ਫਿਰ ਗੁਰ ਸੋ ਮੇਲ ਸੀ, ਉਹ ਮੇਲ ਲਵੇਗਾ। ਕਿਸ ਤਰ੍ਹਾਂ ਮਿਲੇਗਾ, ਗੁਰ ਕੈ ਹੇਤ ਪਿਆਰ, ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾ ਦੇਵੇਗਾ। ਹੇਤ ਪਿਆਰ, ਅਥਾਹ ਪਿਆਰ, ਡੂੰਘਾ ਪਿਆਰ। ਕਦੀ ਹੈ ਸੋ ਜਿਹਾ ਪਿਆਰ ਬਣਦਾ, ਕਦੀ ਖਿਆਲ ਆਇਆ, ਕਦੀ ਇਹ ਵਿਚਾਰ ਆਏ, ਦਰਸ਼ਨ ਪਿਆਸੀ ਦਿਨ ਸਰਾਤ ਚੇਤੂ ਅੰਦਰ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਕਦੀ ਅਸੀਂ ਕਹੀ ਗੱਲ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨਤੀਆਂ, ਤਿਸ ਮੋਹਨ ਲਾਲ ਪਿਆਰੇ ਹੂੰ ਫਿਰੂ ਖਜੰਤੀਆ, ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਵੀ ਨਾ ਧਰੀਜੈ, ਪ੍ਰਭ ਸਿਉ ਮਨ ਜੋ ਜਲ ਮੀਨਾ, ਚਾਤਰਿਕ ਜਿਵੇਂ ਤਸੰਥੀਆ, ਜਦ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬਜੰਤੀਆ। ਗੁਰੂ ਤਾਂ ਬੁਝਾ ਦਿੰਦਾ ਹੈ। ਤਿਖ ਬੁਝ ਗਈ ਮਿਲ ਸਾਧ ਜਨਾ, ਪੰਚ ਭਾਗੇ ਚੋਰ ਸਹਿਜੇ ਸੁਖੈਨੋ, ਹਰੇ ਗੁਣ ਗਾਵਤੀ ਦਰਸ਼ ਪਿਆਰ। ਗੁਰੂ ਤਾਂ ਇਹੋ ਜਿਹੀ ਕਮਾਲ ਕਰਦਾ। ਸਹਿਜ ਸਤਿਗੁਰੂ ਜੀ ਕਹਿੰਦੇ ਨੇ ਜਿਹਨੇ ਮਿਲ ਲਿਆ, ਉਹ ਫਿਰ ਵਿਛੋੜਿਆ ਉਹ ਮਿਲ ਜਾਂਦਾ ਹੈ। ਤਾਂ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਕਿਹਾ, ਸਮਝਾਇਆ ਵੀ ਨਾਮ ਤੋਂ ਬਿਨਾਂ ਜਿੰਨੇ ਕਰਮ ਹਨ ਉਹ ਲੋਕਾਂ ਨੂੰ ਖੁਸ਼ ਕਰਨ ਵਾਲੇ ਹਨ। ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰ ਉਪਦੇਸ਼ ਕਿਉ ਏਸਾਰ, ਹਰ ਕੀਰਤ ਮਨ ਨਾਮ ਆਧਾਰ, ਨਾਨਕ ਉਦਰੇ ਨਾਮ ਪੁਨਹਿਚਾਰ, ਅਵਰ ਕਰਮ ਲੋਕਾਂ ਪਤਿਆਰ। ਬਾਕੀ ਕਰਮ ਸਭ ਲੋਕਾਂ ਨੂੰ ਖੁਸ਼ ਕਰਨ ਵਾਲੇ ਹਨ। ਪ੍ਰਭੂ ਦੀ ਪ੍ਰੇਮਾ ਭਗਤੀ, ਨਾਮ ਸਿਮਰਨ ਤੋਂ ਬਿਤਨਾ, ਜਿੰਨਾ ਗਿਆਨ ਧਿਆਨ ਸਭ ਫੋਕਟ ਬਮਾਨ ਹੈ। ਪ੍ਰਭੂ ਦੀ ਪ੍ਰੇਮਾ ਭਗਤੀ ਹੈ। ਗਿਆਨ ਦਾ ਕੀ, ਅਸੀਂ ਵੀ ਕਿਤਾਬਾਂ ਪੜ੍ਹ ਕੇ ਲੈ ਲੈਂਦੇ ਹਾਂ, ਅਸੀਂ ਵੀ ਕਰ ਰਹੇ ਹਾਂ, ਪਰ ਧਿਆਨ ਉਹਦੀ ਪ੍ਰੇਮਾ ਭਗਤੀ, ਜਿਹੜੀ ਪ੍ਰੇਮ ਭਗਤੀ ਹੈ ਅਸਲ ਵਿੱਚ, ਉਹਦੇ ਤੋਂ ਬਿਨਾਂ ਮਨੁੱਖ ਨਿਰਭਉ ਨਹੀਂ ਹੋ ਸਕਦਾ। ਜੀਵ ਇਸਤਰੀ ਦਾ ਚਿੱਤ ਕਰਦਾ ਹੈ
ਉਹ ਪਤੀ ਪਰਮੇਸ਼ਰ ਨੂੰ ਪਰਸੇ, ਪਰ ਸੰਸਾਰ ਵਿੱਚ ਕੋਈ ਉਹਨੂੰ ਇਹੋ ਜਿਹਾ ਮਿਲਦਾ ਨਹੀਂ ਜਿਹਨੂੰ ਇਹ ਮਾਰਗ ਸਮਝਾ ਦੇਵੇ, ਦਰਸਤਾ ਦੱਸ ਦੇਵੇ। ਕੋਈ ਗੁਰਮੁਖ ਪਿਆਰਾ ਇਹੋ ਜਿਹਾ ਮਿਲ ਜਾਏ, ਇਸ ਦੀ ਪ੍ਰਭੂ ਨਾਲ ਸਿੱਧੀ ਸਾਂਝ ਬਣ ਜਾਏ, ਕੋਈ ਇਹੋ ਜਿਹੀ ਗੱਲ ਇਹਨੂੰ ਬਣਦੀ ਨਹੀਂ। ਪਰ ਬਚਨ ਦਾ ਇੱਕੋ ਇੱਕ ਸਾਧਨ ਹੈ ਕਿ ਉਹ ਗੁਰੂ ਨਾਲ ਮੁਹੱਬਤ ਕਰੇ, ਗੁਰੂ ਨਾਲ ਪਿਆਰ ਪਾਵੇ, ਤੇ ਪ੍ਰਿਉ ਪ੍ਰਿਉ ਕਰਦੀ ਤੂੰ ਹੀ ਪੁਕਾਰੀ ਜਾਵੇ, ਤੇ ਤੂੰ ਕਰਦਾ ਤੂੰ ਹੁਆ ਵਾਲੀ ਅਵਸਥਾ ਤੇ ਜਾ ਕੇ ਪਹੁੰਚ ਜਾਵੇ। ਫਿਰ ਪਰਮੇਸ਼ਰ ਆਪਣੇ ਆਪ ਹੀ ਗੁਰੂ ਦੁਆਰਾ ਆਪਣੇ ਨਾਲ ਇਹਨੂੰ ਮਿਲਾ ਲੈਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਤੂੰ ਕਰਨ ਦੀ ਜਾਚ ਸਾਨੂੰ ਵੀ ਆ ਜਾਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।